ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਸਤਿਕਾਰਯੋਗ ਸਾਧ ਸੰਗਤ ਜੀ, ਆਓ ਸਾਰੇ ਜਾਣੇ ਸਭ ਤੋਂ ਪਹਿਲਾਂ ਚੌਂਕੜੇ ਮਾਰ ਕੇ ਬੈਠੋ। 2 ਮਿੰਟ ਵਾਸਤੇ ਗੁਰਮੰਤਰ ਦਾ ਜਾਪ ਰਲ ਮਿਲ ਕੇ ਸਾਰੇ ਜਾਣੇ ਕਰੋ। ਮਹਾਂਪੁਰਖਾਂ ਦੀ ਯਾਦ ਦੇ ਵਿੱਚ ਥੋੜ੍ਹਾ ਸਮਾਂ ਹਾਜ਼ਰੀ ਰਲ ਮਿਲ ਕੇ ਸਾਰੀ ਸੰਗਤ ਆਪਾਂ ਲਾਈਏ। ਉਸ ਤੋਂ ਬਾਅਦ ਵਿੱਚ ਫਿਰ ਆਪਾਂ ਕੀਰਤਨ ਦੀ ਆਰੰਭਤਾ ਕਰਾਂਗੇ। ਚੌਂਕੜੇ ਮਾਰ ਕੇ ਅੱਖਾਂ ਬੰਦ ਕਰਕੇ ਆਪੋ ਆਪਣੇ ਲੱਕ ਸਿੱਧੇ ਕਰਕੇ ਬੈਠੋ। ਆਪਣੇ ਮਨ ਵਿੱਚ ਇਹ ਵਸਾ ਕੇ ਬੈਠੋ ਵੀ ਅਸੀਂ ਇਸ ਵਕਤ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ, ਉਹ ਸਾਡੇ ਵਿੱਚ ਬਹਿ ਕੇ ਹੀ ਸਾਨੂੰ ਦੇਖ ਰਹੇ ਹਨ। ਚੌਂਕੜੀ ਲਾ ਲਓ, ਅੱਖਾਂ ਬੰਦ ਕਰ ਲਓ। ਜਿੰਨੇ ਭਾਈ ਨੇ, ਜਿੰਨੀਆਂ ਬੀਬੀਆਂ ਹਨ, ਸਾਰੇ ਜਾਣੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਹਾਜ਼ਰੀ ਲਗਵਾਓ ਜੀ। ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।
ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਭੈਣਾਂ ਬੋਲੋ, ਬੋਲੋ ਵਾਹ। ਸਤਿਨਾਮ ਸ੍ਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਬੋਲੋ। ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਬੋਲੋ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ। ਏਕ ਅੱਖਰ ਹਰ ਮਨ ਵਸਤ। ਨਾਨਕ ਹੋਤ ਨਿਹਾਲ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਤਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਸ੍ਰੀ ਗੁਰੂ ਸ਼ਬਦ ਕਮਾਹੇ ਜਿਨ। ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਭਗਤੀ ਕਰੇ ਪਤਾਲ ਮੈਂ ਪ੍ਰਗਟ ਹੋਏ ਆਕਾਸ਼। ਰਜਬ ਤੀਨੋਂ ਲੋਕ ਮੈਂ ਛਪੈ ਨਾ ਹਰ ਕਾ ਦਾਸ। ਭਾਰਿ ਉਪਕਾਰੀ ਆਏ ਜਨ ਭਾਰਿ ਉਪਕਾਰੀ ਆਏ। ਭਾਰਿ ਉਪਕਾਰੀ ਆਏ ਤੇਰੇ ਜਨ ਭਾਰਿ ਉਪਕਾਰੀ ਆਏ। ਉਪਕਾਰੀ ਆਏ ਤੇਰੇ ਜਨ ਭਾਰਿ ਉਪਕਾਰੀ ਆਏ। ਭਾਰਿ ਉਪਕਾਰੀ ਆਏ ਤੇਰੇ ਜਨ ਭਾਰਿ ਉਪਕਾਰੀ ਆਏ। ਭਾਰਿ ਉਪਕਾਰੀ ਆਏ ਤੇਰੇ ਜਨ ਭਾਰਿ ਉਪਕਾਰੀ ਆਏ। ਭਾਰਿ ਉਪਕਾਰੀ ਆਏ ਤੇਰੇ
ਆਏ ਤੇਰੇ ਜਾਨ ਪਰ ਉਪਕਾਰੀ, ਪਰ ਉਪਕਾਰੀ ਆਏ ਜਾਨ ਪਰ ਉਪਕਾਰੀ ਆਏ। हर संत तुम्हारे जिन कर तन हर नामा, प्रमाण गणी से आए सफल तिना कै कामा। मेरे राम हर जान कै हों बल जाई, केसां का कर चवर सुनावा चरण तूर मुख लाई। जन्म मरण दुह मैं नाही, जान पर उपकारी आए। जी दान दे भगति लाइन, हर स्यों नैन मिलाए। साधु जन्म मरण विच नाही आउंदे, पर उपकार लई। जन्म मरण विच नाही आउंदे, पर उपकार लई।
ਗੁਰ ਸ਼ਬਦ ਕਮਾਹੇ ਜਿਨ ਜੀਤੇ ਪੰਜ ਵਿਕਾਰ ਜਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਨਮ ਮਰਨ ਤੁਹੁ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੀ ਸੇ ਤਿਨ ਜਾਤੇ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਆਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ ਸਭ ਸੰਗਤ ਇੱਕ ਵਾਰੀ ਆਖਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਮਹਾਂਪੁਰਖਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਜੁੜ ਕੇ ਬੈਠੇ ਹਾਂ। ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ, ਸੰਤ ਬਾਬਾ ਨਾਰ ਸਿੰਘ ਜੀ, ਸੰਤ ਬਾਬਾ ਬੰਦ ਸਿੰਘ ਜੀ, ਰੱਬੀ ਬਖਸ਼ੀਆਂ ਹੋਈਆਂ ਰੂਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਕਾਫੀ ਲੰਮੇ ਸਮੇਂ ਤੋਂ ਇਹ ਸਮਾਗਮ ਚੱਲ ਰਹੇ ਹਨ। ਸਾਡੇ ਤੋਂ ਪਹਿਲਾਂ ਆਪ ਨੂੰ ਬੇਅੰਤ ਮਹਾਂਪੁਰਖਾਂ ਨੇ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾ ਕੇ ਨਿਹਾਲ ਕੀਤਾ। ਮਹਾਂਪੁਰਖਾਂ ਦੀ ਯਾਦ ਦੇ ਵਿੱਚ ਚੱਲ ਰਹੇ ਸਮਾਗਮਾਂ ਦੇ ਵਿੱਚ ਆਪ ਕਾਫੀ ਲੰਮੇ ਸਮੇਂ ਤੋਂ ਕਾਫੀ ਦਿਨਾਂ ਤੋਂ ਹਾਜ਼ਰੀ ਭਰ ਰਹੇ ਹੋ। ਆਓ ਜਿੰਨਾ ਸਮਾਂ ਗੁਰੂ ਸਾਹਿਬ ਜੀ ਆਪਾਂ ਨੂੰ ਹੋਰ ਬਖਸ਼ਿਸ਼ ਕਰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਆਪਾਂ ਜਿੰਨੇ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਆ, ਚਾਹੇ ਭਾਈ ਬੈਠੇ ਨੇ, ਚਾਹੇ ਬੀਬੀਆਂ ਬੈਠੀਆਂ ਹਨ, ਚਾਹੇ ਦਾਸ ਆਪਣੇ ਜਥੇ ਸਮੇਤ ਇੱਥੇ ਆਇਆ ਹੈ। ਮਤ ਕੋਈ ਇਸ ਗੱਲ ਦਾ ਮਾਣ ਕਰੇ, ਮਤ ਕੋਈ ਆਪਣੀ ਇਸ ਗੱਲ ਦਾ ਮਨ ਵਿੱਚ ਭਰਮ ਪਾਲ ਕੇ ਬੈਠ ਜਾਵੇ ਕਿ ਅਸੀਂ ਹਰ ਰੋਜ਼ ਜਾ ਕੇ ਮਹਾਂਪੁਰਖਾਂ ਦੀ ਯਾਦ ਵਿੱਚ ਹੁੰਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਦੇ ਹਾਂ। ਅਸੀਂ ਜਾਂਦੇ ਹਾਂ ਜਾਂ ਇਸ ਗੱਲ ਦਾ ਮੈਂ ਮਾਣ ਕਰ ਲਵਾਂ ਕਿ ਮੈਨੂੰ ਮਹਾਂਪੁਰਖਾਂ ਨੇ ਸੱਦਿਆ ਤੇ ਮੈਂ ਉੱਥੇ ਕੀਰਤਨ ਕਰਨ ਗਿਆ। ਨਹੀਂ, ਇੱਥੇ ਕਿਸੇ ਦਾ ਵੀ ਇਸ ਗੱਲ ਤੇ ਮਾਣ ਕਰਨਾ, ਹੰਕਾਰ ਕਰਨਾ ਸ਼ੋਭਨੀਕ ਨਹੀਂ ਹੈ। ਕਿਉਂ? ਜਦੋਂ ਇੱਕ ਵਾਰੀ ਵੀ ਇਹ ਗੱਲ ਕਹਿ ਦਿੱਤੀ ਨਾ, ਮੈਂ ਸੰਗਤ ਵਿੱਚ ਚੱਲ ਕੇ ਗਿਆ ਸੀ, ਮੈਂ ਮਹਾਂਪੁਰਖਾਂ ਦੀ ਬਰਸੀ ਦੇ ਵਿੱਚ ਹਾਜ਼ਰੀ ਭਰੀ, ਹਰ ਰੋਜ਼ ਰਾਤ ਨੂੰ ਜਾ ਕੇ ਕੀਰਤਨ ਸੁਣਦਾ ਸੀ। ਮੈਂ ਉੱਥੇ ਆਏ ਹੋਏ ਮਹਾਂਪੁਰਖਾਂ ਦੇ ਕੋਲੋਂ ਰੋਜ਼ ਕੀਰਤਨ ਸੁਣ ਕੇ ਸੇਵਾ ਕਰਕੇ ਫਿਰ ਆਪਣੇ ਘਰ ਨੂੰ ਆਉਂਦਾ ਸੀ। ਲਗਾਤਾਰ 1 ਜੁਲਾਈ ਤੋਂ ਲੈ ਕੇ 8 ਅਗਸਤ ਤੱਕ ਤੁਹਾਡਾ ਸਵਾ ਮਹੀਨਾ ਬਣ ਜਾਣਾ ਹੈ। ਸਵਾ ਮਹੀਨਾ ਲਗਾਤਾਰ ਕਿਸੇ ਨੇ ਜੇ ਹਾਜ਼ਰੀ ਭਰੀ ਹੈ ਨਾ, ਤੇ 40ਵੇਂ ਦਿਨ ਜਦੋਂ ਇਹ ਗੱਲ ਕਹਿ ਦਿੱਤੀ ਨਾ, ਮੈਂ ਸੰਗਤ ਵਿੱਚ ਜਾਂਦਾ ਸੀ, ਸਾਰੇ ਦਾ ਸਾਰਾ ਸਵਾਹ ਹੈ। ਆਖੋ ਸਤਿਨਾਮ ਵਾਹਿਗੁਰੂ। ਮਿੱਟੀ ਹੋ ਜਾਏਗਾ। ਇੱਥੇ ਮਹਾਰਾਜ ਦੀ ਬਾਣੀ ਦਾ ਵਚਨ ਹੈ, ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ। ਆਪ ਹੀ ਸੱਦਣ ਵਾਲਾ ਹੈ, ਆਪ ਹੀ ਬਿਠਾਉਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਜਦੋਂ ਸੁੱਤੀ ਹੋਈ ਕਿਸਮਤ ਚੰਗੇ ਭਾਗ ਜਾਗਦੇ ਹਨ, ਜਦੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਭਰੀ ਨਜ਼ਰ ਸਿੱਖ ਉੱਪਰ ਪੈਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿਸੇ ਵਕਤ ਸਿੱਖਾਂ ਨੇ, ਕਹਿਣ ਲੱਗੇ, ਮਹਾਰਾਜ ਜਦੋਂ ਤੁਸੀਂ ਕਿਸੇ ਦੇ ਬਹੁਤ ਖੁਸ਼ ਹੋ ਜਾਂਦੇ ਹੋ ਫਿਰ ਆਪਣੇ ਸਿੱਖ ਨੂੰ ਕੀ ਦਿੰਦੇ ਹੋ? ਮਹਾਰਾਜ ਕਹਿਣ ਲੱਗੇ, ਜਦੋਂ ਮੈਂ ਕਿਸੇ ਤੇ ਬਹੁਤ ਖੁਸ਼ ਹੋ ਜਾਵਾਂ, ਪ੍ਰਸੰਨ ਹੋ ਜਾਵਾਂ, ਤਾਂ ਮੈਂ ਆਪਣੇ ਸਿੱਖ ਨੂੰ ਉਹਦੇ ਸਿੱਖ ਦੇ ਘਰੇ ਇੱਕ ਰਹਿਤਮਾਨ ਅੰਮ੍ਰਿਤਧਾਰੀ ਸਿੰਘ ਭੇਜ ਦਿੰਦਾ ਵੀ ਲੈ ਭਾਈ ਇਹਦੀ ਸੇਵਾ ਕਰ ਲਾ। ਕਿਸੇ ਰਹਿਤਵਾਨ ਦਾ ਮਿਲਾਪ ਹੋ ਜਾਂਦਾ ਹੈ। ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਜੇ ਇਹ ਤੋਂ ਵੱਧ ਕੇ ਤੁਹਾਡੀ ਖੁਸ਼ੀ ਹੋਵੇ ਫਿਰ?
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਜੇ ਕਿਸੇ ਤੇ ਬਹੁਤਾ ਹੀ ਖੁਸ਼ ਹੋ ਜਾਵਾਂ ਤੇ ਫੇਰ ਮੈਂ ਉਹਨੂੰ 5 ਸਿੰਘ ਅੰਮ੍ਰਿਤਧਾਰੀ ਰਹਿਤ ਰੱਖਣ ਵਾਲੇ, ਬਾਣੇ ਵਾਲੇ ਨਹੀਂ। ਕੱਲਾ ਬਾਣਾ ਪਾ ਲੈਣਾ ਹੋਰ ਗੱਲ ਹੈ, ਅੰਦਰ ਵੀ ਕੁਝ ਹੋਵੇ। 5 ਅੰਮ੍ਰਿਤਧਾਰੀ ਸਿੰਘ ਜਿਹੜੇ ਰਹਿਤ ਵੈਤ ਦੇ ਪੱਕੇ ਹੋਣ, 4 ਬੱਜਲ ਕੁਰੈਤਾਂ ਤੋਂ ਬਚੇ ਹੋਏ ਹੋਣ, ਨਿਤਨੇਮ ਕਰਦੇ ਹੋਣ, ਦਸਵੰਧ ਕੱਢਦੇ ਹੋਣ, ਇਹੋ ਜਿਹੇ ਭਜਨੀਕ 5 ਸਿੰਘਾਂ ਨੂੰ ਉਹਦੇ ਘਰ ਭੇਜ ਦਿੰਦਾ, ਲੈ ਭਾਈ ਇਹਨਾਂ 5 ਸਿੰਘਾਂ ਦੀ ਸੇਵਾ ਕਰਕੇ ਖੁਸ਼ੀ ਲੈ ਲੈ। ਸਿੱਖਾਂ ਨੇ ਫਿਰ ਪੁੱਛਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਬਹੁਤਾ ਹੀ ਜ਼ਿਆਦਾ ਖੁਸ਼ ਹੋਵੋ, ਫਿਰ ਕਿਸੇ ਤੇ ਖੁਸ਼ ਹੋ ਇੱਕ ਸਿੰਘ ਬੁਲਾਤਾ, ਕਿਸੇ ਤੇ ਬਹੁਤੇ ਖੁਸ਼ ਹੋ 5 ਸਿੰਘ ਭੇਜ ਦਿੱਤੇ, ਤੇ ਜੇ ਸੱਚੇ ਪਾਤਸ਼ਾਹ ਤੁਹਾਡੀ ਬਹੁਤੀ ਜ਼ਿਆਦਾ ਹੀ ਖੁਸ਼ੀ ਦਾ ਅੰਤ ਹੀ ਨਾ ਹੋਵੇ ਕਿਸੇ ਤੇ, ਵੀ ਕਿੰਨੀ ਕੁ ਖੁਸ਼ੀ ਹੈ, ਕੋਈ ਪਾਰਾਵਾਰ ਨਾ ਹੋਵੇ, ਫਿਰ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜਦੋਂ ਕਿਸੇ ਤੇ ਅਤਿਅੰਤ ਖੁਸ਼ ਹੋਈਏ ਫੇ ਉਹਨੂੰ ਖਿੱਚ ਕੇ ਸੰਗਤ ਵਿੱਚ ਲੈ ਆਈਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫੇ ਉਹਦੇ ਘਰ ਨਹੀਂ ਕਿਸੇ ਨੂੰ ਭੇਜਦਾ ਮੈਂ, ਫੇ ਉਹਨੂੰ ਖਿੱਚ ਕੇ ਸੰਗਤ ਵਿੱਚ ਲੈ ਆਈਦਾ। ਆਪਣੇ ਆਪ ਨੂੰ ਬੜੇ ਵੱਡੇ ਭਾਗਾਂ ਵਾਲੇ ਸਮਝਿਓ ਜਿੰਨੇ ਤੁਸੀਂ ਬੈਠੇ ਹੋ। ਅਸੀਂ ਉਸ ਗਿਣਤੀ ਵਿੱਚ ਆਉਨੇ ਆ ਜਿਹੜੀ ਗਿਣਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖਾਂ ਦੀ ਕਰਦੇ ਆ ਜਿਨ੍ਹਾਂ ਤੇ ਬੇਅੰਤ ਖੁਸ਼ੀ ਹੋਵੇ। ਆਪਾਂ ਜਿੰਨੇ ਵੀ ਸਾਰੇ ਤੁਸੀਂ ਅਸੀਂ ਬੈਠੇ ਆ ਤੁਹਾਡੇ ਵਿੱਚ, ਅਸੀਂ ਉਸ ਗਿਣਤੀ ਵਿੱਚ ਆਉਨੇ ਆ ਜਿਹੜੀ ਗਿਣਤੀ ਸੱਚੇ ਪਾਤਸ਼ਾਹ ਜੀ ਉਹ ਸਿੱਖ ਦੀ ਕਰਦੇ ਆ ਵੀ ਜਿੱਤੇ ਖੁਸ਼ੀ ਦਾ ਕੋਈ ਟਿਕਾਣਾ ਨਾ ਹੋਵੇ, ਜਿੱਤੇ ਪ੍ਰਸੰਨਤਾ ਦਾ ਕੋਈ ਟਿਕਾਣਾ ਨਾ ਹੋਵੇ, ਉਹਨੂੰ ਮੈਂ ਖਿੱਚ ਕੇ ਸੰਗਤ ਵਿੱਚ ਲੈ ਆਉਂਦਾ। ਸਤ ਸੰਗ ਦੀ ਪ੍ਰਾਪਤੀ, ਮਹਾਂਪੁਰਖਾਂ ਦੀ ਪ੍ਰਾਪਤੀ, ਸਾਧ ਸੰਗਤ ਦੀ ਪ੍ਰਾਪਤੀ ਐਵੇਂ ਨਹੀਂ ਹੋ ਜਾਂਦੀ। ਗੁਰਬਾਣੀ ਦਾ ਬਚਨ ਹੈ, ਲੋ ਪੜਿਓ ਸਾਰੇ ਗੱਜ ਕੇ। ਮਾਲਵੇ ਦਾ ਇਲਾਕਾ, ਇੱਥੇ ਕਹਿਣਾ ਨਹੀਂ ਪਏਗਾ ਭੈਣੋ ਬੋਲਿਓ, ਆਪਣੇ ਆਪ ਹੀ ਬੋਲਣਾ ਤੁਸੀਂ ਸਾਰਿਆਂ ਨੇ। ਪਹਿਲਾਂ 10 ਧਾਰਨਾ ਪੜੇਗਾ, ਫਿਰ ਸਾਰੇ ਭਾਈ ਜਥੇ ਵਾਲੇ ਸਿੰਘ ਗੱਜ ਵੱਜ ਕੇ ਬੋਲਿਓ, ਤੇ ਫਿਰ ਤੀਜੇ ਹਿੱਸੇ ਭੈਣੋ ਗੱਜ ਕੇ ਤੁਸੀਂ ਵੀ ਧਾਰਨਾ ਪੜ ਕੇ ਜਵਾਨ ਸਫਰੀ ਕਰਿਓ। ਕੀ ਵਚਨ ਹੈ ਮਹਾਰਾਜ ਦਾ? ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਸਤ ਸੰਗ ਨਾ ਲੱਭਦਾ ਹੈ, ਜਦੋਂ ਤੱਕ ਗੁਰੂ ਮੇਰ ਨਹੀਂ ਕਰਦਾ। ਸਤ ਸੰਗ ਨਾ ਲੱਭਦਾ ਹੈ, ਜਦੋਂ ਤੱਕ ਗੁਰੂ ਮੇਰ ਨਹੀਂ ਕਰਦਾ। ਸਤ ਸੰਗ ਨਾ ਮਿਲਦਾ ਹੈ ਜਦੋਂ ਤੱਕ ਗੁਰੂ ਮੇਰ ਨਹੀਂ। ਸਤ ਸੰਗ ਨਾ ਲੱਭਦਾ ਹੈ ਜਦੋਂ ਤੱਕ ਗੁਰੂ ਮੇਰ ਨਹੀਂ ਕਰਦਾ। ਸਤ ਸੰਗ ਨਾ ਲੱਭਦਾ ਜਦੋਂ ਤੱਕ ਗੁਰੂ ਮੇਰ ਨਾ ਕਰਦਾ। ਸਤ ਸੰਗ ਦੇ ਬਾਝੋਂ ਜੀ, ਜੇ ਸਤ ਸੰਗ ਨਾ ਲੱਭੇ ਤਾਂ ਫਿਰ ਕੀ ਹੁੰਦਾ ਬਈ? ਸੰਗਤ ਉਦੋਂ ਮਿਲਦੀ ਹੈ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਤੇ ਜੇ ਨਾ ਮਿਲੇ ਫਿਰ ਉਹ ਪੜਿਓ ਸਾਰੇ। ਸਤ ਸੰਗ ਦੇ ਬਾਝੋਂ ਜੀ, ਜੀਵੀਏ ਜੰਮਦਾ ਕਦੇ ਹੈ ਮਰਦਾ। ਸਤ ਸੰਗ ਦੇ ਬਾਝੋਂ ਜੀਵੀਏ ਜੰਮਦਾ ਕਦੇ ਹੈ ਮਰਦਾ। ਵਾਹ ਬਈ ਵਾਹ। ਗੁਰੂ
ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਆਓ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਆ ਤੇ ਮੇਰਾ ਸੁਭਾਅ ਥੋੜਾ ਜਿਹਾ ਇਹ ਹੈ ਜੀ, ਤਕਰੀਬਨ ਹਰ ਥਾਂ ਤੇ ਮੈਂ ਬੇਨਤੀ ਕਰ ਦਿੰਦਾ ਹੁੰਨਾ ਵੀ ਮੈਂ ਇਕੱਲੇ ਨੇ ਕੀਰਤਨ ਨਹੀਂ ਕਰਨਾ। ਸਾਨੂੰ ਤੁਸੀਂ ਬੁਲਾਇਆ ਕਾਹਦੇ ਵਾਸਤੇ ਬੁਲਾਇਆ ਜੀ? ਕੀਰਤਨ ਕਰਨ ਵਾਸਤੇ। ਬੋਲਿਓ ਖਾਂ, ਕੀਰਤਨ ਕਰਨ ਲਈ ਸੱਦਿਆ ਜੀ। ਜੇ ਅਸੀਂ ਕੀਰਤਨ ਕਰਨਾ ਫਿਰ ਤੁਸੀਂ ਕੀ ਕਰੋਗੇ? ਸੁਣੋਗੇ? ਨਹੀਂ ਨਹੀਂ, ਅਸੀਂ ਇਕੱਲਿਆਂ ਨੇ ਕੀਰਤਨ ਕਰਨਾ ਨਹੀਂ, ਤੁਸੀਂ ਇਕੱਲਿਆਂ ਨੇ ਸੁਣਨਾ ਨਹੀਂ। ਕੀਰਤਨ ਆਪਾਂ ਸਾਰੇ ਕਰਾਂਗੇ, ਰੱਬ ਦੀਆਂ ਬਾਤਾਂ ਸਾਰੇ ਜਾਣੇ ਪਾਵਾਂਗੇ, ਮਹਾਂਪੁਰਖਾਂ ਦੀਆਂ ਬਾਤਾਂ ਸਾਰੇ ਜਾਣੇ ਪਾਵਾਂਗੇ। ਲੋ ਜਿੰਨੇ ਬੈਠੇ ਹੋ ਸਿਆਣੇ ਹੋ ਸਾਰੇ ਜਗਿਓ ਨਾ। ਸੰਗਤ ਵਿੱਚ ਆ ਕੇ ਕਦੇ ਵੀ ਸੰਗੀ ਦਾ ਨਹੀਂ ਹੁੰਦਾ, ਜਗੀ ਦਾ ਨਹੀਂ ਹੁੰਦਾ। ਮਹਾਂਪੁਰਖਾਂ ਦੇ ਬਚਨ ਹੈ, ਕਹਿੰਦੇ ਸੰਗਣਾ ਚਾਹੀਦਾ ਮਾੜਾ ਕੰਮ ਕਰਨ ਲੱਗੇ, ਸੰਗਣਾ ਚਾਹੀਦਾ ਚੋਰੀ ਕਰਨ ਲੱਗੇ, ਸੰਗਣਾ ਚਾਹੀਦਾ ਗੁਨਾਹ ਕਰਨ ਲੱਗੇ। ਚੰਗਾ ਕੰਮ ਤੇ ਨੰਗੇ ਧੜ ਕਰਕੇ ਤੇ ਤਾਂ ਵੀ ਕੋਈ ਗੱਲ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਲੇ ਹੋਵੇ ਸੱਜ ਤੇ ਕੋਠੇ ਚੜ ਕੇ ਨੱਚ। ਇਸ ਕਰਕੇ ਆਪਾਂ ਸਾਰੇ ਕੀਰਤਨ ਕਰਾਂਗੇ। ਸਾਰੇ ਕੀਰਤਨ ਕਰਨ ਤੋਂ ਭਾਵ ਕੀ ਹੈ? ਲਓ ਮੈਂ ਤੁਹਾਨੂੰ ਬੇਨਤੀ ਲੱਗਾ ਕਰਨ, ਇਸ਼ਾਰੇ ਮਾਤਰੀ ਸਾਰੇ ਜਾਣੇ ਥੋੜਾ ਜਿਹਾ ਚਾਹੇ ਦੱਸ ਦਿਓ। ਆਪਾਂ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਆ ਨਾ ਜੀ, ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਦੀ ਭੈਣੋ ਬਰਸੀ ਮਨਾ ਰਹੇ ਆ। ਬਰਸੀ ਮਨਾਉਣ ਦਾ ਕੀ ਭਾਵ ਹੁੰਦਾ ਜੀ? ਬਰਸੀ ਕਿਸ ਨੂੰ ਕਹਿੰਦੇ ਨੇ? ਇਧਰ ਧਿਆਨ ਰੱਖਿਓ। ਬਰਸੀ ਦਾ ਭਾਵ ਹੁੰਦਾ ਉਹ ਦਿਨ ਜਿਸ ਦਿਨ ਮਹਾਂਪੁਰਖਾਂ ਨੇ ਅਕਾਲ ਚਲਾਣਾ ਕੀਤਾ ਹੋਵੇ। ਇਹੀ ਭਾਵ ਹੁੰਦਾ ਜੀ ਭਾਈ, ਬੋਲੋ ਖਾਂ, ਇਹੀ ਭਾਵ ਹੁੰਦਾ। ਜਿਸ ਦਿਨ ਸੰਤਾਂ ਨੇ ਸੰਸਾਰ ਤੋਂ ਅਕਾਲ ਚਲਾਣਾ ਕੀਤਾ ਹੋਵੇ ਉਹ ਦਿਨ ਆਪਾਂ ਬਰਸੀ ਮਨਾਉਂਦੇ ਆ। ਪਰ ਇੱਥੇ ਸਵਾਲ ਇੱਕ ਬੜਾ ਵੱਡਾ ਪੈਦਾ ਹੁੰਦਾ ਜੀ। ਉਹ ਸਵਾਲ ਕਿਹੜਾ ਭਲਾ? ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਆਪਾਂ ਮੂਲ ਮੰਤਰ ਵਿੱਚ ਪੜ੍ਹਦੇ ਆ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਮਹਾਰਾਜ ਨੇ ਰੱਬ ਦੇ ਬਾਰੇ ਦੱਸਿਆ, ਅਕਾਲ ਪੁਰਖ ਬਾਰੇ ਦੱਸਿਆ ਵੀ ਪ੍ਰਮਾਤਮਾ ਜਿਹੜਾ ਹੈ ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਸੱਚ ਸੀ, ਉਦੋਂ ਵੀ ਸੀਗਾ। ਜਦੋਂ ਆਪਾਂ ਹੈ ਨਹੀਂ ਸੀ ਕਿ ਰੱਬ ਉਦੋਂ ਹੈ ਨਹੀਂ ਸੀ? ਰੱਬ ਤੇ ਉਦੋਂ ਵੀ ਸੀ। ਆਦ ਸੱਚ ਜੁਗਾਦ ਸੱਚ, ਜੁਗਾਂ ਦੇ ਆਰੰਭ ਵਿੱਚ ਵੀ ਸੱਚ ਸੀ, ਉਹ ਹੈਗਾ ਸੀ ਰੱਬ। ਹੈ ਵੀ ਸੱਚ, ਇਸ ਸਮੇਂ ਵਿੱਚ ਵੀ ਰੱਬ ਹੈ। ਤੇ ਜਦੋਂ ਆਪਾਂ ਸਾਰੇ ਨਾ ਹੋਏ ਉਦੋਂ ਰੱਬ ਉਦੋਂ ਵੀ ਹੋਏਗਾ। ਪਰਮਾਤਮਾ ਉਹ ਸ਼ਕਤੀ ਹੈ ਜਿਹੜੀ ਨਾ ਕਿਸੇ ਨੇ ਪੈਦਾ ਕੀਤੀ ਹੈ ਤੇ ਨਾ ਉਹਨੂੰ ਕੋਈ ਖਤਮ ਕਰ ਸਕਦਾ ਹੈ। ਪਰਮਾਤਮਾ ਸਦਾ ਰਹਿਣ ਵਾਲੀ ਸ਼ਕਤੀ ਤਾਕਤ ਹੈ। ਅੱਛਾ ਸਿਆਣੇ ਬੈਠੇ ਹੋ ਤਾਂ ਮੈਨੂੰ ਇਹ ਜਵਾਬ ਦਿਓ, ਜੇ ਰੱਬ ਸੱਚ ਹੈ, ਜੇ ਪਰਮਾਤਮਾ ਸੱਚ ਹੈ ਤਾਂ ਫਿਰ ਰੱਬ ਦੇ ਬੰਦੇ ਕਿਉਂ ਜਾਂਦੇ ਆਉਂਦੇ ਨੇ? ਉਹ ਨਹੀਂ ਸੱਚ ਹੁੰਦੇ। ਜੇ ਰੱਬ ਨਹੀਂ ਜੰਮਦਾ ਮਰਦਾ ਤੇ ਰੱਬ ਦੇ ਪਿਆਰੇ ਮਹਾਂਪੁਰਖ ਭਗਤ ਅਵਤਾਰ ਉਹ ਜੰਮਦੇ ਮਰਦੇ ਐ। ਆਪਾਂ ਹੁਣੇ ਪੜ੍ਹ ਕੇ ਹਟਿਆ, ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਨਾ ਉਹ ਜੰਮਣ ਵਿੱਚ ਨੇ ਨਾ ਮਰਨ ਵਿੱਚ ਨੇ। ਰੱਬ ਦੇ ਬੰਦੇ ਨਾ ਜੰਮਦੇ ਨੇ ਨਾ ਮਰਦੇ ਨੇ। ਸਰੀਰ ਸਾਰਿਆਂ ਦਾ ਜਾਏਗਾ ਇੱਕ ਨਾ ਇੱਕ ਦਿਨ। ਪਰ ਮਹਾਂਪੁਰਖ ਜਿਹੜਾ ਇੱਕ ਸਾਧੂ ਹੁੰਦਾ, ਇੱਕ ਸੰਤ ਹੁੰਦਾ ਜੀ, ਉਹ ਵੇਖੋ ਆ ਸਰੀਰ ਦਾ ਧਰਮ ਇੱਕ ਨਾ ਇੱਕ ਦਿਨ ਇਹ ਖਤਮ ਹੋਏਗਾ। ਜਿਹੜੀ ਮੌਤ ਸਾਰਿਆਂ ਨੂੰ ਆਏਗੀ, ਉਹ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਸਾਧੂ ਇੱਕ ਹੋਰ ਮੌਤ ਮਰਦਾ ਹੈ। ਜਿਹੜਾ ਸੰਤ ਹੁੰਦਾ ਨਾ ਜੀ, ਮਹਾਂਪੁਰਖ ਹੁੰਦਾ ਹੈ, ਭਗਤ ਹੁੰਦਾ, ਗੁਰਮੁਖ ਕਹਿ ਲਓ, ਕੋਈ ਨਾਮ ਲੈ ਲਓ। ਰੱਬ ਦੇ ਬੰਦੇ ਸਰੀਰ ਦੇ ਮਰਨ ਤੋਂ ਪਹਿਲਾਂ ਇੱਕ ਮੌਤ ਹੋਰ ਮਰਦੇ ਨੇ। ਉਹ ਮੌਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੀ ਹੋਈ ਹੈ, ਸਾਰਿਆਂ ਨੂੰ ਯਾਦ ਹੋਏਗਾ। ਪਹਿਲਾ ਮਰਨ ਕਬੂਲ। ਜਿਨ੍ਹਾਂ ਨੂੰ ਪੰਕਤੀਆਂ ਯਾਦ ਹੁੰਦੀਆਂ ਬੋਲਿਆ ਕਰੋ, ਸੰਗਿਆ ਨਾ ਕਰੋ, ਜ਼ਬਾਨ ਸਫਲੀ ਹੁੰਦੀ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਅੱਛਾ ਅਗਲੀ ਪੰਕਤੀ ਇੱਕ ਹੋਰ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤੜੀ ਗਲੀ ਵਿੱਚ ਜਾਓ। ਇਸ ਘਰ ਵਿੱਚ ਆਉਣ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ, ਗੁਰੂ ਨਾਨਕ ਦੇ ਘਰ ਵਿੱਚ ਆਉਣ ਦੀ, ਵੀ ਪਹਿਲਾਂ ਤੈਨੂੰ ਮਰਨਾ ਮੰਨਣਾ ਪਏਗਾ, ਮਰ ਕੇ ਆਉਣਾ ਪਏਗਾ। ਬੜੀ ਹੈਰਾਨੀ ਦੀ ਗੱਲ ਹੈ ਵੀ ਬੰਦਾ ਮਰ ਕੇ ਕਿਵੇਂ ਆਏਗਾ?
ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਮੇਰੇ ਰਾਹ ਤੇ ਚੱਲਣਾ ਹੈ, ਮੇਰੇ ਨਾਲ ਪ੍ਰੇਮ ਪਾਉਣਾ ਹੈ, ਪਿਆਰ ਪਾਉਣਾ, ਤੇ ਆਪਣਾ ਸਿਰ ਤਲੀ ਤੇ ਰੱਖ ਕੇ ਆਵੀਂ। ਤੇ ਸਾਰੇ ਬੜੇ ਹੈਰਾਨ ਆ ਵੀ ਇਦਾਂ ਕਿਦਾਂ ਹੋ ਸਕਦੀ ਹੈ। ਕੋਈ ਹੈ ਆਪਣੇ ਵਿੱਚੋਂ ਜਿਹੜਾ ਆਖੇ ਕਿ ਮੈਂ ਆਪਣਾ ਸਿਰ ਵੱਢ ਕੇ ਤਲੀ ਤੇ ਰੱਖ ਕੇ ਲਿਆ ਕੇ ਫਿਰ ਮੱਥਾ ਟੇਕਾਂ? ਕੋਈ ਨਹੀਂ ਕਰ ਸਕਦਾ। ਇਹਦਾ ਭਾਵ ਕੀ ਹੈ ਜੀ? ਯਾਦ ਰੱਖਿਓ, ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਸੰਸਾਰ ਵਿੱਚ 3 ਤਰ੍ਹਾਂ ਦੀ ਮੌਤ ਮੰਨੀ ਹੈ ਜੀ। 3 ਤਰ੍ਹਾਂ ਦੀ ਮੌਤ, ਸੁਣਿਓ ਗੌਰ ਨਾਲ। ਇੱਕ ਮੌਤ ਉਹ ਹੈ ਜਿਹੜੀ ਸਾਰਿਆਂ ਤੇ ਆਏਗੀ, ਜਿਹਦੇ ਬਾਰੇ ਮਹਾਰਾਜ ਨੇ ਕਿਹਾ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇਹ ਸਾਰਿਆਂ ਤੇ ਆਏਗੀ। ਉਹ ਚਾਹੇ ਚੋਰ ਹੋਵੇ, ਚਾਹੇ ਠੱਗ ਹੋਵੇ, ਚਾਹੇ ਸਾਧ ਹੋਵੇ, ਸੰਤ ਹੋਵੇ, ਬ੍ਰਹਮ ਗਿਆਨੀ ਹੋਵੇ, ਉਹ ਮੌਤ ਸਾਰਿਆਂ ਤੇ ਆਏਗੀ। ਜੋ ਘੜਿਆ ਹੈ ਉਹ ਭੱਜੇਗਾ ਜ਼ਰੂਰ, ਜੋ ਘੜਿਆ ਸੋ ਭੱਜਣਾ ਇੱਕ ਦਿਨ, ਜੋ ਬਣਿਆ ਸੋ ਢਹਿਣਾ। ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ, ਸਭ ਨੂੰ ਮੁੜਨਾ ਪੈਣਾ। ਉਹ ਸਾਰਿਆਂ ਤੇ ਆਏਗੀ। ਉਸ ਮੌਤ ਦਾ ਇਸ ਘਰ ਵਿੱਚ ਕੋਈ ਮਹੱਤਵ ਨਹੀਂ ਹੈ, ਇਸ ਘਰ ਵਿੱਚ। ਅੱਛਾ, ਦੂਜੀ ਮੌਤ ਹੁੰਦੀ ਆ ਜੀ ਰੱਬ ਦੀ ਯਾਦ ਭੁੱਲ ਜਾਣੀ। ਗੁਰਬਾਣੀ ਦਾ ਬਚਨ ਹੈ, ਮਰਣੰ ਬਿਸਰਣੰ ਗੋਬਿੰਦਹਿ। ਮੌਤ ਕੀ ਹੈ? ਜਿਹਨੂੰ ਰੱਬ ਭੁੱਲ ਜਾਵੇ ਸਮਝ ਲਓ ਜਿਉਂਦਾ ਹੀ ਮਰਿਆ ਹੋਇਆ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਉਹ ਮਰਿਆ ਹੋਇਆ ਹੈ, ਚਾਹੇ ਲੱਖ ਤੁਰਿਆ ਫਿਰੇ ਤਰ੍ਹਾਂ ਤਰ੍ਹਾਂ ਦੇ ਵਸਤਰ ਪਾ ਕੇ, ਸੁੱਖ ਹਟਾਉਂਦਾ ਫਿਰੇ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮੇਰੀ ਨਿਗਾਹ 'ਚ ਮਰਿਆ ਹੋਇਆ। ਉਹ ਹੁੰਦੀ ਹੈ ਜੀ ਰੱਬ ਦੀ ਯਾਦ ਭੁੱਲ ਜਾਣੀ। ਇਹ ਮੌਤ, ਤੇ ਮਾਫ ਕਰਿਓ, ਇਹ ਮੌਤ ਆਪਾਂ ਸਾਰੇ ਮਰੇ ਹੋਏ ਹਾਂ। ਕੋਈ ਹੋਏਗਾ ਭਾਗਾਂ ਵਾਲਾ ਜਿਹੜਾ ਇਸ ਮੌਤ ਤੋਂ ਬਚਿਆ ਹੋਏਗਾ, ਤੇ ਜਿਹੜੇ ਇਸ ਮੌਤ ਤੋਂ ਬਚ ਗਏ, ਬਰਸੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਫੇਰ ਦੁਬਾਰਾ ਰਿਪੀਟ ਕਰ ਦੇਵਾਂ, ਜਿਹੜੇ ਰੱਬ ਦੀ ਯਾਦ ਭੁੱਲਣ ਕਰਕੇ ਜਿਹੜੀ ਮੌਤ ਆਉਂਦੀ ਆ, ਜਿਹੜੇ ਇਸ ਮੌਤ ਤੋਂ ਬਚ ਗਏ ਨਾ, ਬਰਸੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ। ਸਿਆਣੇ ਬੈਠੇ ਹੋ, ਜਦੋਂ ਬਾਬਾ ਕਿਰਪਾਲ ਸਿੰਘ ਜੀ ਮਹਾਰੇ ਸੱਚਖੰਡ ਗਏ ਹੋਣਗੇ, ਸਰੀਰ ਛੱਡਿਆ ਹੋਏਗਾ, ਉਦੋਂ ਪਤਾ ਨਹੀਂ ਕਿੰਨੀ ਕਿ ਦੁਨੀਆ ਹੋਰ ਸੰਸਾਰ ਤੋਂ ਗਈ ਹੋਏਗੀ। ਕੋਈ ਯਾਦ ਕਰਦਾ ਉਹਨਾਂ ਨੂੰ? ਮਹਾਂਪੁਰਖਾਂ ਨੂੰ ਕਾਹਤੋਂ ਯਾਦ ਕਰਦੇ ਆ? ਕਿਉਂਕਿ ਉਹਨਾਂ ਨੇ ਐਸ ਮੌਤ ਤੋਂ ਬਚਾ ਕਰ ਲਿਆ। ਮਰਣੰ ਬਿਸਰਣੰ ਗੋਬਿੰਦਹਿ। ਜੀਵਨ ਕੀ ਹੈ? ਜੀਵਨੰ ਹਰ ਨਾਮ ਧਿਆਵਣੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਦੂਜੀ ਕਿਸਮ ਦੀ ਮੌਤ ਹੈ। ਤੇ ਤੀਜੀ ਮੌਤ ਹੁੰਦੀ ਹੈ ਜਿਹੜੀ ਗੁਰੂ ਨੂੰ ਬਹੁਤ ਚੰਗੀ ਲੱਗਦੀ ਹੈ। ਉਸ ਮੌਤ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਨੇ, ਜਦੋਂ ਆਪਾਂ ਪੜ੍ਹਦੇ ਆ ਨਾ, ਪਹਿਲਾਂ ਮਰਨ ਕਬੂਲ, ਵੀ ਪਹਿਲਾਂ ਮਰਨਾ ਮੰਨ ਫੇਰ ਆਈ। ਉਹ ਮੌਤ ਹੈ ਆਪਣੇ ਮਨ ਦੀ, ਆਪਣੇ ਹੰਕਾਰ ਦੀ ਮੌਤ, ਮਰ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਉਹ ਦਰਵਾਜ਼ਾ ਅੰਦਰ ਵੜੇ ਆ ਨਾ ਆਪਾਂ ਸਾਰੇ ਜਾਣੇ, ਤੇਰੇ ਕੋਲ ਸੰਸਾਰ ਦੀ ਕੋਈ ਪਦਵੀ ਹੋਵੇ, ਗੁਰਦੁਆਰੇ ਦਾ ਪ੍ਰਧਾਨ ਹੋਵੇਂ, ਪਿੰਡ ਦਾ ਸਰਪੰਚ ਹੋਵੇਂ, ਇਲਾਕੇ ਦਾ MLA ਹੋਵੇਂ, ਸਟੇਟ ਦਾ ਮੁੱਖ ਮੰਤਰੀ ਹੋਵੇਂ, ਪ੍ਰਧਾਨ ਮੰਤਰੀ, ਕੁਛ ਹੋਵੇਂ, ਤੂੰ ਬਾਰ-ਬਾਰ ਛੱਡ ਕੇ ਆਈ। ਜਦੋਂ ਉਹ ਦਰਵਾਜ਼ੇ ਵੜ ਗਏ, ਉਦੋਂ ਤੇ ਗੁਰੂ ਦੇ ਸਿੱਖ ਆ। ਇੱਥੇ ਕੋਈ ਮੰਤਰੀ ਸੰਤਰੀ ਪ੍ਰਧਾਨ ਸੰਤ ਬਾਬਾ ਨਹੀਂ, ਇੱਥੇ ਸਾਰੇ ਗੁਰੂ ਭਾਈ ਹਾਂ ਆਪਾਂ। ਆਪਣੇ ਰੁਤਬੇ ਦੀ, ਆਪਣੇ ਹੰਕਾਰ ਦੀ ਮੌਤ, ਇਹਨੂੰ ਕਹਿੰਦੇ ਨੇ ਪਹਿਲਾ ਮਰਨ ਕਬੂਲ। ਤੇ ਯਾਦ ਰੱਖਿਓ, ਜੇ ਕੋਈ ਬੰਦਾ ਆਖੇ ਕਿ ਮੈਂ ਤੇ ਇਦਾਂ ਜਿਉਂਦੇ ਜੀ, ਭਾਵ ਆਪਣੀ ਹਉਮੈ ਵੀ, ਆਪਣਾ ਹੰਕਾਰ ਵੀ ਜਿਉਂਦਾ ਰੱਖਣਾ ਹੈ, ਮੈਂ ਇਹ ਵੀ ਟਣਾਉਣਾ ਜਾ ਕੇ ਵੀ ਮੈਂ ਢੱਡਿਆਂ ਵਾਲਾ ਸੰਤ ਆ, ਤੇ ਫੇਰ ਨਹੀਂ ਗੱਲ ਬਣੇਗੀ। ਜਦੋਂ ਇਹ ਜਣਾਵਾਂਗੇ ਵੀ ਇੱਕ ਪਾਸੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਨੂੰ ਦਾਤਾਂ ਝੋਲੀ 'ਚ ਪਾ ਦੇਣ, ਤੇ ਦੂਜੇ ਪਾਸੇ ਮੇਰੀ ਬੱਲੇ ਬੱਲੇ ਵੀ ਹੋਵੇ ਵੀ ਮੈਂ ਪਿੰਡ ਦਾ ਸਰਪੰਚ ਆ, ਇਲਾਕੇ ਦਾ MLA, ਮਾਰੇ ਕਹਿੰਦੇ ਨਹੀਂ ਮੁੜ ਜਾ, ਤੇਰੀ ਨਹੀਂ ਲੋੜ ਹੈ। ਇੱਥੇ ਦਾਤ ਲੈਣ ਤੋਂ ਪਹਿਲਾਂ ਲਓ ਪੜਿਓ ਪਿਆਰ ਨਾਲ ਸਾਰੀ ਸੰਗਤ, ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ, ਜੀ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ, ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ, ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ, ਮਰਿਆ ਬਾਜ ਨਹੀਂ ਮਿਲਦਾ
ਗੁਰਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਵਾਹ। ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਭਾਈ ਮਰਿਆ ਬਾਜ ਨਹੀਂ ਮਿਲਣਾ ਦੁਆਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਣਾ ਦੁਆਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਨਹੀਂ ਮਰਿਆ ਬਾਜ ਨਾ ਮਿਲਦਾ ਮਰਿਆ ਬਾਜ ਨਹੀਂ 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 ਵਾਹ ਮਿਲਦਾ ਵਾਹ ਵਾਹ ਮਰਿਆ ਬਾਜ ਨਹੀਂ ਮਿਲਦਾ ਮਰਿਆ ਬਾਜ ਨਹੀਂ ਮਿਲਦਾ ਆਜੀ ਮਰਿਆ ਬਾਜ ਨਹੀਂ ਮਿਲਦਾ ਸਾਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਦਾ ਸਾਰਾ ਪਿਆਰੇ ਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਮਰਿਆ ਬਾਜ ਨਹੀਂ ਮਿਲਦਾ ਦੁਆਰਾ ਸਤਿਗੁਰ ਦਾ ਆਜੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਸੋਨਾ ਕੀ ਰੇਣੁਕਾ ਮਾਰੇ ਮਰਨਾ ਮੰਨ ਕੇ ਆਉਣਾ ਪਏਗਾ ਇਸ ਘਰ ਦੇ ਵਿੱਚ। ਇਹ ਮੌਤ ਗੁਰੂ ਨੂੰ ਬਹੁਤ ਚੰਗੀ ਲੱਗਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਘਰ ਵਿੱਚ ਆਉਣਾ ਤੇ ਕੁਝ ਬਣ ਕੇ ਨਾ ਆਈ। ਆਪਣੀਆਂ ਵਡਿਆਈਆਂ ਆਪਣੇ ਰੁਤਬੇ ਆਪਣੇ ਅਹੁਦੇ ਬਾਹਰ ਛੱਡ ਕੇ ਆਵੇ ਜੇ ਕੁਝ ਲੈਣਾ ਤਾਂ। ਇਸੇ ਮੌਤ ਬਾਰੇ ਗੁਰੂ ਸਾਹਿਬ ਜੀ ਨੇ ਲਿਖਿਆ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣੈ ਓਏ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਸੱਚੇ ਪਾਤਸ਼ਾਹ ਜੀ ਕਿਹੜੀ ਮੌਤ ਹੈ ਜਿਹੜੀ ਮੌਤ ਮਰ ਜਾਣ ਦੇ ਨਾਲ ਦੁਬਾਰਾ ਫਿਰ ਬੰਦਾ ਮਰਦਾ ਨਹੀਂ ਹੈ। ਹੁਣ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਨੂੰ ਸੰਸਾਰ ਤੋਂ ਸਰੀਰ ਕਰਕੇ ਗਿਆ ਨੂੰ ਕਿੰਨਾ ਸਮਾਂ ਹੋ ਗਿਆ। ਸਰੀਰ ਤੇ ਸਾਰਿਆਂ ਦਾ ਜਾਏਗਾ। ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੈ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਪਰ ਅੱਜ ਵੀ ਜਿਉਂਦੇ ਨੇ ਉਹ। ਸ਼੍ਰੀਮਾਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਨੂੰ ਸੰਸਾਰ ਤੋਂ ਗਿਆ ਨੂੰ ਸਰੀਰ ਕਰਕੇ ਕਿੰਨਾ ਸਮਾਂ ਹੋ ਗਿਆ, ਅੱਜ ਵੀ ਜਿਉਂਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਹਰਖੋਵਾਲ ਵਾਲੇ ਮਹਾਂਪੁਰਖ ਅੱਜ ਵੀ ਸਾਡੇ ਮਨਾਂ ਦਿਲਾਂ 'ਚ ਵਸਦੇ ਹਨ। ਸੱਚੇ ਪਾਤਸ਼ਾਹ ਕਿਹੜੀ ਮੌਤ ਹੈ ਜਿਹੜੀ ਮੌਤ ਮਰ ਜਾਣ ਦੇ ਨਾਲ ਮੁੜ ਕੇ ਮਰਨਾ ਨਹੀਂ ਪੈਂਦਾ। ਅੱਜ ਸਵੇਰੇ ਦਰਬਾਰ ਸਾਹਿਬ ਦਾ ਹੁਕਮਨਾਮਾ ਨਾ ਜੀ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਆਇਆ, ਜਿਹ ਮਰਨੇ ਸਭ ਜਗਤ ਤਰਾਸਿਆ। ਮਾਰੇ ਕਹਿੰਦੇ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਤਰਾਸਣ ਦਾ ਭਾਵ ਹੈ ਡਰਨਾ। ਮਰਨਾ ਤੇ ਜਗਤ ਡਰੇ ਜੀਵਿਆ ਲੋੜੈ ਸਭ ਕੋਈ। ਕਿਹੜਾ ਆਪਣੇ ਜਿਹੜਾ ਉੱਠ ਕੇ ਕਹੇ ਮੈਨੂੰ ਮੌਤ ਆ ਜਾਵੇ ਮੈਂ ਤਿਆਰ ਹਾਂ। 80 90 ਸਾਲ 100 ਸਾਲ ਦਾ ਬਜ਼ੁਰਗ ਵੀ ਮੰਜੇ ਤੇ ਪਿਆ ਹੀ ਕਹਿੰਦਾ ਹੈ ਰੱਬਾ ਹਜੇ ਹੋਰ ਉਮਰ ਦੇ ਦੇ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਹੋਵੇ। ਕੌਣ ਕਹਿੰਦਾ ਮਾਰੇ ਕਹਿੰਦੇ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਇਹ ਦਰਬਾਰ ਸਾਹਿਬ ਦਾ ਹੁਕਮਨਾਮਾ ਜੀ ਅੱਜ ਦਾ। ਭਗਤ ਕਬੀਰ ਸਾਹਿਬ ਕਹਿੰਦੇ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ ਮੈਨੂੰ ਉਹ ਮੌਤ ਦੀ ਸਮਝ ਆ ਗਈ। ਹੁਣ ਮੈਨੂੰ ਉਹ ਮੌਤ ਤੋਂ ਡਰ ਨਹੀਂ ਲੱਗਦਾ। ਮੈਨੂੰ ਉਹ ਮੌਤ ਤੋਂ ਡਰ ਨਹੀਂ ਲੱਗਦਾ ਹੈ। ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਲੋ ਪੜ ਲੋ ਧਾਰਨਾ ਪਿਆਰ ਨਾਲ ਬੋਲੇ ਪ੍ਰੇਮ ਵਿੱਚ ਯਾਦ ਆਈ।
ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜੀ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਭਗਤਾਂ ਨੇ ਮੂੰਹੋਂ ਮੰਗ ਲਈ ਪਿਆਰਿਓ, ਪਿਆਰਿਓ ਭਗਤਾਂ ਨੇ ਮੂੰਹੋਂ ਮੰਗ ਲਈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ, ਪਿਆਰਿਓ ਭਗਤਾਂ ਨੇ ਮੂੰਹ ਮੰਗ ਲਈ। ਜਿਹੜੀ ਮੌਤ ਜਿਹੜੀ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ, ਪਿਆਰਿਓ ਭਗਤਾਂ ਨੇ ਮੂੰਹ ਮੰਗ ਲਈ। ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਗੁਰੂ ਪਿਆਰੇ ਕਹਿੰਦੇ ਨੇ ਸਾਨੂੰ ਨਹੀਂ ਡਰ ਲੱਗਦਾ। ਯਾਦ ਰੱਖਿਓ, ਪੱਲੇ ਬੰਨਿਓ ਗੱਲ, ਤਿੰਨ ਤਰ੍ਹਾਂ ਦੀ ਮੌਤ ਹੈ। ਇੱਕ ਇਹ ਸਰੀਰਕ ਮੌਤ ਜਿਹੜੀ ਸਾਰਿਆਂ ਤੇ ਆਏਗੀ, ਉਹ ਤੋਂ ਕੋਈ ਨਹੀਂ ਬਚ ਸਕਦਾ। ਇੱਕ ਮੌਤ ਹੈ ਰੱਬ ਦੀ ਯਾਦ ਭੁੱਲ ਜਾਣੀ। ਮਾਫ ਕਰਿਓ, ਮਾਫੀ ਮੰਗ ਕੇ ਕਹਿਣਾ, ਉਹ ਆਪਾਂ ਸਾਰੇ ਮਰੇ। ਰੱਬ ਕਿਹਨੂੰ ਯਾਦ ਹੈ ਬਈ? ਇੱਥੇ ਬੈਠੇ ਆ ਯਾਦ ਹੈ, ਬਾਹਰ ਜਾ ਕੇ ਫਿਰ ਉਹੀ ਕੰਮ। ਤੇ ਤੀਜੀ ਮੌਤ ਹੈ ਜਿਹੜੀ ਗੁਰੂ ਕਹਿੰਦਾ ਮਰ ਜਾ, ਮਰੇ ਬਿਨਾਂ ਗੱਲ ਨਹੀਂ ਬਣੇਗੀ। ਉਹ ਮੌਤ ਹੈ ਆਪਣੇ ਹੰਕਾਰ ਦੀ ਮੌਤ, ਮਰ ਜਾਣਾ, ਮਨ ਦੀ ਮੌਤ ਹੋ ਜਾਣੀ। ਅੱਛਾ, ਜਿਨ੍ਹਾਂ ਦਾ ਮਨ ਮਰ ਗਿਆ, ਜਿਨ੍ਹਾਂ ਦਾ ਹੰਕਾਰ ਮਰ ਗਿਆ, ਉਹ ਫਿਰ ਸਰੀਰ ਦੀ ਮੌਤ ਤੋਂ ਡਰਦੇ ਨਹੀਂ ਹਨ। ਉਹ ਆਪਣੇ ਮੂੰਹੋਂ ਮੰਗ ਮੰਗ ਕੇ ਕਹਿੰਦੇ ਨੇ ਵੀ ਹੁਣ ਤੇ ਮੌਤ। ਇਹੋ ਜਿਹੇ ਮਹਾਂਪੁਰਖ ਜਿਹੜੇ ਅਭਿਆਸ ਕਰਦੇ ਨਾ ਜੀ, ਬਾਣੀ ਪੜ੍ਹਨ ਵਾਲੇ, ਜਦੋਂ ਕਿਸੇ ਮੰਜ਼ਿਲ ਤੇ ਪਹੁੰਚ ਜਾਂਦੇ ਐ, ਇਹ ਅਵਸਥਾ ਵੀ ਆ ਜਾਂਦੀ ਹੈ ਵੀ ਮਹਾਂਪੁਰਖ ਆਪਣੇ ਮੂੰਹੋਂ ਕਹਿਣ ਲੱਗ ਪੈਂਦੇ ਨੇ ਵੀ ਹੁਣ ਤੇ ਸੰਸਾਰ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮੱਝ ਮਸਤਵਾਣਾ ਸਾਹਿਬ ਵਾਲੇ, ਜਦੋਂ ਹਜੂਰ ਸਾਹਿਬ ਮਹਾਰਾਜ ਨੇ ਤਪ ਕੀਤਾ ਨਾ ਜੀ, ਯਾਦ ਰੱਖਿਓ, ਵੈਸੇ ਸੰਗਤ ਸਾਰੀ ਮਹਾਂਪੁਰਖਾਂ ਦੀ ਹੈ, ਦੱਸਣ ਦੀ ਲੋੜ ਨਹੀਂ ਹੈ, ਪਰ ਪ੍ਰਸੰਗ ਦੇ ਮੁਤਾਬਕ ਸੰਤ ਮਹਾਰਾਜ ਮਸਤਵਾਣਾ ਸਾਹਿਬ ਵਾਲਿਆਂ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਹਜੂਰ ਸਾਹਿਬ ਦੀ ਧਰਤੀ ਤੇ ਕੀਤਾ। ਜਿਹੜੀ ਮੌਤ ਗੁਰੂ ਨੂੰ ਚੰਗੀ ਲੱਗਦੀ ਆ ਨਾ ਜੀ, ਉਹ ਐਵੇਂ ਨਹੀਂ ਮਿਲ ਜਾਂਦੀ। ਉਸ ਮੌਤ ਮਰਨ ਵਾਸਤੇ ਬੜੀਆਂ ਤਕੜੀਆਂ ਕਮਾਈਆਂ ਕਰਨੀਆਂ ਪੈਂਦੀਆਂ ਨੇ। ਆ ਸਰੀਰ ਦੀ ਮੌਤ ਉਨੀ ਔਖੀ ਨਹੀਂ ਹੈ। ਜਦੋਂ ਸਰੀਰ ਦੀ ਮੌਤ ਆਉਂਦੀ 2-4-10 ਸਕਿੰਟਾਂ ਵਿੱਚ, 1-2 ਮਿੰਟਾਂ ਜਾਨ ਨਿਕਲ ਜਾਏਗੀ, ਖਤਮ ਹੋ ਜਾਏਗੀ ਕਹਾਣੀ। ਪਰ ਜਿਹੜੀ ਮਨ ਦੀ ਮੌਤ ਹੈ, ਇਹ ਬੜੀ ਔਖੀ ਹੈ। ਮਨ ਨਹੀਂ ਮਰਦਾ। ਤੇ ਮਾਰੇ ਕਹਿੰਦੇ ਨੇ ਮਨ ਮਾਰੇ ਬਿਨ ਭਗਤ ਨਾ ਹੋਈ। ਜਿੰਨਾ ਸਮਾਂ ਮਨ ਨਹੀਂ ਨਾ ਮਰਦਾ, ਉਹਨਾਂ ਸਮਾਂ ਭਗਤੀ ਨਹੀਂ ਕਰ ਸਕਦਾ। ਹੁਣ ਤੁਸੀਂ ਇੱਥੇ ਬੈਠੇ ਹੋ, ਸੰਗਤ ਦੇ ਵਿੱਚ ਸਾਧ ਵੀ ਹੁੰਦੇ ਨੇ, ਮਾਫ ਕਰਿਓ, ਸੰਗਤ ਵਿੱਚ ਚੋਰ ਵੀ ਬੈਠੇ, ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ। ਸੰਗਤ ਵਿੱਚ ਵਿਦਵਾਨ ਵੀ ਹੁੰਦੇ ਨੇ, ਨਾਮਰਤੀਆਂ ਰੂਹਾਂ ਵੀ ਹੁੰਦੀਆਂ ਨੇ, ਚੰਗੇ ਗਿਆਨੀ ਵੀ ਹੁੰਦੇ ਨੇ। ਜਦੋਂ ਕੋਈ ਚੰਗਾ ਵਿਦਵਾਨ ਸੰਗਤ ਵਿੱਚ ਬੈਠਾ ਹੋਵੇ, ਜਿਹੜਾ ਬੁਲਾਰਾ ਬੋਲ ਰਿਹਾ ਨਾ, ਕਈ ਵਾਰੀ ਮਨ ਵਿੱਚ ਆਉਂਦਾ ਵੀ ਨਹੀਂ, ਆਹ ਗੱਲ ਇਦਾਂ ਨਹੀਂ ਸੀ, ਇਦਾਂ ਹੈ, ਤੇ ਮੈਂ ਉੱਠ ਕੇ ਦੱਸਾਂ। ਜੇ ਮੈਂ ਬੈਠਾ ਹੁੰਦਾ ਤਾਂ ਮੈਂ ਇਦਾਂ ਦੱਸਣੀ ਸੀ, ਇਦਾਂ ਸੁਣਾਉਣੀ ਸੀ। ਪਰ ਉਦੋਂ ਬੰਦਾ ਚੁੱਪ ਕਰ ਜਾਂਦਾ ਵੀ ਨਹੀਂ, ਹੁਣ ਇੱਥੇ ਮੈਂ ਬੋਲ ਨਹੀਂ ਸਕਦਾ। ਉਹ ਆਪਣੇ ਮਨ ਨੂੰ ਮਾਰ ਲੈਂਦਾ ਹੈ। ਪੁੱਤ ਕਹਿੰਦਾ ਹੈ ਵੀ ਜੇ ਮੋਟਰਸਾਈਕਲ ਲੈ ਕੇ ਦੇਏਗਾ ਤੇ ਤਾਂ ਸਵੇਰੇ ਪੜਨ ਜਾਊਂ, ਨਹਿਰ ਨਹੀਂ, ਨਹਿਰ 'ਚ ਛਾਲ ਮਾਰ ਕੇ ਮਰ ਜਾਊਂ। ਨਾ ਚਾਹੁੰਦੇ ਵੀ ਪਿਓ ਲੈ ਕੇ ਦਿੰਦਾ, ਮਨ ਮਾਰ ਲੈਂਦਾ ਹੈ। ਮਾਰਨਾ ਪੈਂਦਾ ਮਨ। ਜੇ ਸੰਸਾਰ ਦੇ ਕੰਮ ਮਨ ਮਾਰੇ ਬਿਨਾ ਨਹੀਂ ਹੋ ਸਕਦੇ, ਤਾਂ ਨਿਰੰਕਾਰ ਦੀ ਭਗਤੀ ਕਿਵੇਂ ਆਸ ਰੱਖਦੇ ਹੋ ਮਨ ਮਾਰੇ ਬਿਨਾ ਹੋ ਜਾਊ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਵੀ ਹੋਵੇ ਤੇ ਪ੍ਰਮਾਤਮਾ ਵੀ ਹੋਵੇ, ਦੋ ਚੀਜ਼ਾਂ। ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆ, ਤੇ ਸਭ ਤੋਂ ਪਹਿਲਾਂ ਕੀ ਪੜ੍ਹਦੇ ਆ ਜਪਜੀ ਸਾਹਿਬ ਵਿੱਚ? ਇੱਕ ਓੰਕਾਰ। ਸੰਗਤ ਜੀ ਗੱਜ ਕੇ, ਇੱਕ ਓੰਕਾਰ। ਰੱਬ ਕਿੰਨੇ ਐ? ਇੱਕ ਹੈ। ਜੇ ਰੱਬ ਇੱਕ ਹੈ ਤਾਂ ਫਿਰ ਉਹਦੇ ਚ ਦੂਜਾ ਨਹੀਂ ਵਾਸ, ਇੱਕ ਹੀ ਹੋਏਗਾ ਤੇ ਵਾਸ ਕਰੇਗਾ। ਪਰਮਾਤਮਾ ਵੀ ਹੋਵੇ, ਆਤਮਾ ਵੀ ਹੋਵੇ, ਆਤਮਾ ਪਰਮਾਤਮਾ ਤੇ ਮਿਲ ਸਕਦਾ ਹੈ। ਤੇ ਜੇ ਹੰਕਾਰ ਵੀ ਹੈ, ਮਨ ਵੀ ਹੈ, ਤੇ ਇੱਕ ਪਾਸੇ ਪਰਮਾਤਮਾ ਤੇ ਕਹੇ ਦੋਵੇਂ ਰਹਿਣ, ਸਿੱਖ ਕਹੇ ਨਹੀਂ, ਇਦਾਂ ਨਹੀਂ ਹੋ ਸਕਦੀ। ਇੱਕ ਰਹੇਗਾ, ਜਾਂ ਮਨ ਰਹੇਗਾ ਤੇ ਜਾਂ ਪਰਮਾਤਮਾ ਦਾ ਵਾਸਾ ਰਹੇਗਾ। ਬੇਨਤੀ ਇਹ ਕਰਦੇ ਆ ਵੀ ਮਨ ਮਾਰੇ ਬਿਨਾ ਭਗਤੀ ਨਹੀਂ ਹੁੰਦੀ, ਮਨ ਮਾਰਨਾ ਪਏਗਾ। ਸਵੇਰੇ 3 ਵਜੇ ਅਲਾਰਮ ਵੱਜਦਾ ਹੈ,
ਤੇ ਸਿੱਖ ਦਾ ਅਲਾਰਮ ਲੱਗਾ ਤੇ ਮਨ ਨਹੀਂ ਕਰਦਾ ਉੱਠਣ ਵਾਸਤੇ ਵੀ ਛੱਡਦਿਆਂ ਰਜਾਈ ਜਾਂ ਏਸੀ ਦੀ ਠੰਡ ਛੱਡਦਿਆਂ ਮੈਂ। ਮਨ ਕਹਿੰਦਾ ਨਹੀਂ ਸੌਂ ਜਾ 5 ਮਿੰਟ ਹੋਰ। ਪਰ ਜਿਹੜਾ ਪੱਕਾ ਹੋਏਗਾ, ਜਿਹਨੇ ਮਨ ਮਾਰਿਆ ਹੋਏਗਾ, ਵਗਾ ਕੇ ਮਾਰੇਗਾ ਉੱਪਰੋਂ ਕੱਪੜਾ ਪਾਸੇ ਵੀ ਨਹੀਂ, ਮੇਰੇ ਗੁਰੂ ਦਾ ਹੁਕਮ ਹੈ। ਜਿਹੜਾ ਗੁਰੂ ਦਾ ਹੁਕਮ ਮੰਨ ਕੇ ਰਜਾਈ ਪਾਸੇ ਕਰ ਗਿਆ, ਸਮਝ ਲਓ ਮਨ ਮਾਰਿਆ ਹੋਇਆ ਹੈ। ਤੇ ਜਿਹਨੇ ਮਨ ਮਾਰਿਆ, ਬੰਦਗੀ ਕਰ ਹੀ ਹੋ ਸਕਦਾ, ਦੂਜਾ ਕਰ ਨਹੀਂ ਸਕਦਾ ਹੈ। ਸਮੇਂ ਦੇ ਹਿਸਾਬ ਨਾਲ ਮੈਂ ਸੰਖੇਪ ਬੇਨਤੀ ਹੁਣ ਕਰਾਂ, ਬਹੁਤਾ ਲੰਬਾ ਵਿਸ਼ਾ ਆਪਾਂ ਨਾ ਛੇੜੀਏ। ਜਿਨ੍ਹਾਂ ਨੇ ਮਨ ਦੀ ਮੌਤ ਕਬੂਲ ਕਰ ਲਈ, ਉਹ ਫਿਰ ਸਰੀਰ ਦੀ ਮੌਤ ਤੋਂ ਡਰਦੇ ਨਹੀਂ ਹਨ। ਉਹ ਆਪਣੇ ਮੂੰਹੋਂ ਮੌਤ ਮੰਗਣ ਲੱਗ ਪੈਂਦੇ ਨੇ। ਇਤਿਹਾਸ ਦਾ ਜ਼ਿਕਰ ਆਉਂਦਾ ਹੈ, ਸਿੱਖ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਤੁਹਾਨੂੰ ਕੀ ਲੱਗਦਾ ਵੀ ਇਹ ਮੌਤ ਤੋਂ ਡਰਦੇ ਸੀ? ਕਿਸੇ ਬੰਦੇ ਦੇ ਸਿਰ ਤੇ ਚੱਲਣ ਲੱਗੇ ਆਰਾ, ਉਹਨੂੰ 2 ਫਾੜ ਕਰਨਾ ਹੋਵੇ ਤੇ ਉਹ ਆਖੇ ਵੀ ਆਰਾ ਹੌਲੀ ਹੌਲੀ ਚਲਾਈ, ਕਿਉਂ? ਕਹਿੰਦਾ ਮੇਰਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਕਿਤੇ ਵਿੱਚ ਨਾ ਰਹਿ ਜਾਵੇ। ਮੈਂ ਜਪਜੀ ਸਾਹਿਬ ਪੜ੍ਹਨ ਲੱਗਾ, ਜੇ ਤੂੰ ਆਰਾ ਤੇਜ਼ ਤੇ ਚਲਾ ਦਿੱਤਾ, ਕਿਤੇ ਜਪਜੀ ਸਾਹਿਬ ਤੋਂ ਪਹਿਲਾਂ ਮੇਰਾ ਸਰੀਰ 2 ਫਾੜ ਨਾ ਹੋ ਜਾਵੇ। ਤੇ ਜੇ ਮੌਤ ਤੋਂ ਡਰ ਲੱਗਦਾ ਹੋਵੇ ਤਾਂ ਫਿਰ ਕਹਿ ਨਾ ਦੇਣਾ ਅਸੀਂ ਮੁਸਲਮਾਨ ਬਣ ਜਾਵਾਂਗੇ, ਅਸੀਂ ਇਸਲਾਮ ਕਬੂਲ ਕਰ ਲਵਾਂਗੇ। ਨਹੀਂ ਡਰਦਾ। 7 ਤੇ 9 ਸਾਲ ਦੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਵੀ ਜੇ ਨਹੀਂ ਮੰਨੋਗੇ ਨੀਹਾਂ ਵਿੱਚ ਚਿਣ ਦੇਵਾਂਗੇ ਤੁਹਾਨੂੰ। ਕਹਿੰਦੇ ਕੋਈ ਡਰ ਨਹੀਂ, ਕੋਈ ਨਹੀਂ ਚਿਣਦੇ। ਉਹ ਕਿਉਂ ਨਹੀਂ ਡਰਦੇ ਹਨ ਮੌਤ ਤੋਂ? ਕਿਉਂਕਿ ਉਹਨਾਂ ਨੇ ਗੁਰੂ ਕੋਲੋਂ ਉਹ ਮੌਤ ਸਿੱਖ ਲਈ ਜਿਹੜੀ ਮੌਤ ਮਰਨ ਕਰਕੇ ਬੰਦਾ ਮੁੜ ਕੇ ਮਰਦਾ ਨਹੀਂ ਹੈ, ਮੁੜ ਕੇ ਮੌਤ ਨਹੀਂ ਹੁੰਦੀ ਹੈ। ਮਾਫ ਕਰਿਓ, ਇਹਨੂੰ ਨਿੰਦਿਆ ਨਾ ਸਮਝਿਓ, ਪਰ ਮੈਂ ਥੋੜੀ ਜਿਹੀ ਬੇਨਤੀ ਰੋਕ ਕੇ ਲੱਗਾ ਕਰਨ। ਅੱਜ ਸਾਡੇ ਪ੍ਰਚਾਰਕ ਸਾਨੂੰ ਇਹ ਸਿਖਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜੀਵਨ ਜਾਚ ਹੈ। ਗੁਰੂ ਸਾਹਿਬ ਜੀ ਕੋਲੋਂ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲਓ, ਜ਼ਿੰਦਗੀ ਜਿਉਣ ਦਾ ਢੰਗ ਸਿੱਖ ਲਓ। ਉਹ ਨਹੀਂ ਭਲਿਓ ਮਾਨਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਉਣਾ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਰਨਾ ਸਿਖਾਉਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਉਣਾ ਆਉਂਦਾ ਹੀ ਉਹਨੂੰ ਆ ਜਿਹਨੂੰ ਮਰਨ ਦਾ ਚੱਜ ਆ ਜਾਵੇ, ਜਿਹਨੂੰ ਮਰਨ ਦਾ ਢੰਗ ਆ ਜਾਵੇ। ਮਾਰੇ ਕਹਿੰਦੇ ਨਹੀਂ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਵੀ ਚੱਜ ਨਹੀਂ ਆਇਆ ਕਿਸੇ ਨੂੰ ਮਰਨ ਦਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਮਰਨ ਦੀ ਜਾਚ ਸਿਖਾਉਂਦੀ ਹੈ, ਜੀਵਨ ਜਾਚ ਨਹੀਂ ਸਿਖਾਉਂਦੀ। ਮਰਨ ਤੋਂ ਬਾਅਦ ਵਿੱਚ ਜਿਹੜਾ ਜੀਵਨ ਪੈਦਾ ਹੋਏਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀਵਨ ਜਾਚ ਹੈ, ਉਹ ਜਾਚ ਹੈ। ਲਓ, ਇਤਿਹਾਸ ਵਿੱਚ ਆਪਾਂ ਜ਼ਿਕਰ ਪੜ੍ਹਦੇ ਹਾਂ ਭਾਈ ਤਾਰੂ ਸਿੰਘ ਜੀ ਦਾ। ਭਾਈ ਤਾਰੂ ਸਿੰਘ ਜੀ ਨਾਨੀ ਜਦੋਂ ਫੂਲੇ ਨਗਰ ਦੇ ਰਹਿਣ ਵਾਲੇ ਸੀ, ਮਾਝੇ ਇਲਾਕੇ ਦੇ, ਇਹ ਹਰ ਰੋਜ਼ ਨੇਤਰੇਮ ਤੋਂ ਬਾਅਦ ਵਿੱਚ ਇੱਕ ਅਰਦਾਸ ਕਰਦੇ ਹੁੰਦੇ ਸੀ। ਕੀ ਅਰਦਾਸ ਕਰਦੇ ਹੁੰਦੇ ਸੀ ਸੱਚੇ ਪਾਤਸ਼ਾਹ? ਅੱਛਾ, ਯਾਦ ਰੱਖਿਓ, ਭਾਈ ਤਾਰੂ ਸਿੰਘ ਜੀ ਨੇ ਅੰਮ੍ਰਿਤ ਭਾਈ ਮਨੀ ਸਿੰਘ ਦੇ ਹੱਥੋਂ ਛਕਿਆ ਸੀ। ਕਿਹੜੇ ਭਾਈ ਮਨੀ ਸਿੰਘ? ਜਿਨ੍ਹਾਂ ਦਾ ਬੰਦ ਕੱਟ ਹੋਇਆ। ਇਹ ਪੁਆਇੰਟ ਨੋਟ ਕਰਿਆ ਕਰੋ ਇਤਿਹਾਸ ਨੂੰ। ਜੇ ਆਪਾਂ ਉਦਾਂ ਪੜ੍ਹ ਨਹੀਂ ਸਕਦੇ, ਯਾਦ ਨਹੀਂ ਨਾ ਰੱਖ ਸਕਦੇ, ਜਦੋਂ ਇਦਾਂ ਕੋਈ ਇਤਿਹਾਸ ਸੁਣਾਉਂਦਾ ਨੋਟ ਕਰਿਆ ਕਰੋ, ਇਹ ਚੇਤੇ ਰੱਖਿਆ ਕਰੋ, ਪੱਲੇ ਬੰਨਿਓ। ਭਾਈ ਤਾਰੂ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਭਾਈ ਮਨੀ ਸਿੰਘ ਜੀ ਕੋਲੋਂ ਛਕਿਆ ਸੀ। ਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਕਿਵੇਂ ਹੋਈ ਜੀ? ਬੰਦ ਕੱਟ ਕੇ। ਜੱਗੋਂ ਵੱਖਰੀ ਗੱਲ ਹੈ। ਭਾਈ ਤਾਰੂ ਸਿੰਘ ਨੇ ਹਰ ਰੋਜ਼ ਅਰਦਾਸ ਕਰਨੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਨੂੰ ਵੀ ਸ਼ਹੀਦੀ ਦੀ ਦਾਤ ਬਖਸ਼ਿਓ, ਮੈਂ ਸ਼ਹੀਦ ਹੋਵਾਂ। ਪਰ ਬੇਨਤੀ ਇਹ ਹੈ, ਮੈਨੂੰ ਇਹੋ ਜਿਹੀ ਸ਼ਹੀਦੀ ਬਖਸ਼ਿਓ ਜਿਹੜੀ ਹੁਣ ਤੱਕ ਕਿਸੇ ਦੀ ਹੋਈ ਨਾ ਹੋਵੇ। ਜਿਵੇਂ ਭਾਈ ਮਨੀ ਸਿੰਘ ਦਾ ਬੰਦ ਕੱਟ ਕੇ ਵੱਖਰੇ ਤਰ੍ਹਾਂ ਦੀ ਸ਼ਹੀਦੀ ਹੋਈ ਨਾ, ਸੱਚੇ ਪਾਤਸ਼ਾਹ ਮੇਰੀ ਝੋਲੀ ਵਿੱਚ ਵੀ ਇਹੋ ਜੀ ਦਾਤ ਸ਼ਹੀਦੀ ਦੀ ਪਾਇਓ ਵੀ ਅੱਜ ਤੱਕ ਕੋਈ ਸਿੱਖ ਇਹੋ ਜਿਹਾ ਸ਼ਹੀਦ ਨਾ ਹੋਇਆ ਹੋਵੇ। ਭਾਈ ਤਾਰੂ ਸਿੰਘ ਹਰ ਰੋਜ਼ ਇਹ ਅਰਦਾਸ ਕਰਦੇ ਹੁੰਦੇ ਸੀ। ਅੱਛਾ ਜੀ, ਕਾਰਨ ਕੀ ਬਣਿਆ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ? ਮੈਂ ਬੇਨਤੀ ਰਾਮ ਇੱਥੋਂ ਕੀਤੀ ਹੈ ਵੀ ਰੱਬ ਦੇ ਬੰਦੇ ਫਿਰ ਜਦੋਂ ਮਨ ਦੀ ਮੌਤ ਮਰ ਜਾਂਦੀ ਹੈ, ਮਨ ਮਰ ਜਾਂਦਾ ਹੈ, ਉਦੋਂ ਫਿਰ ਆਪਣੇ ਮੂੰਹੋਂ ਮੌਤ ਮੰਗਣ ਲੱਗ ਪੈਂਦੇ ਹਨ। ਉਹ ਡਰਦੇ ਨਹੀਂ ਸਰੀਰ ਦੀ ਮੌਤ ਤੋਂ। ਉਹ ਕਹਿੰਦੇ ਕੱਲ ਜਾਣਾ ਹੈ, ਬੇਸ਼ੱਕ ਅੱਜ ਚਲੇ ਜਾਈਏ, ਕੋਈ ਫਰਕ ਨਹੀਂ ਪੈਂਦਾ। ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕਰਨੀ, ਸ਼ਹੀਦ ਹੋਣ ਦਾ ਕਾਰਨ ਇਹ ਹੈ ਵੀ ਜੰਗਲਾਂ ਬੇਲਿਆਂ 'ਚ ਲੁਕੇ ਹੋਏ ਸ਼ਹੀਦ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਦਾ ਕਰਦੇ ਹੁੰਦੇ ਸੀ।
ਤਕਰੀਬਨ 25 ਕੁ ਸਾਲ ਦੀ ਉਮਰ ਬਣਦੀ ਹੈ ਭਾਈ ਤਾਰੂ ਸਿੰਘ ਦੀ। 1710 ਦਾ ਜਨਮ ਹੈ, 1745 ਵਿੱਚ ਸ਼ਹੀਦ ਹੋ ਜਾਂਦੇ ਨੇ, ਚੜ੍ਹਦੀ ਜਵਾਨੀ। ਕਈ ਵਾਰੀ ਮਾਂ ਨੇ ਮੋਹਰੇ ਬਿਠਾਉਣਾ, ਆਪ ਮੰਜੇ ਤੇ ਬਹਿਣਾ। ਹੁਣ ਤੇ ਚਲੋ ਕਈ ਤਰ੍ਹਾਂ ਦਾ ਸਮਾਨ ਆ ਗਿਆ ਨਾ, ਆਪਾਂ ਵਰਤਦੇ ਆ। ਮਾਂ ਨੇ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਦੇਸੀ ਮੱਖਣ, ਦੇਸੀ ਘਿਓ ਨਹੀਂ ਮੱਖਣ, ਉਹ ਮੱਖਣ ਲਾ ਲਾ ਕੇ ਕੇਸ ਭਾਈ ਤਾਰੂ ਸਿੰਘ ਦੇ ਪਾੜ ਲਏ। ਤੇ ਜਦੋਂ ਭਾਈ ਤਾਰੂ ਸਿੰਘ ਦੇ ਕੇਸ ਬੜੇ ਲੰਮੇ ਸੀ, ਭਾਈ ਤਾਰੂ ਸਿੰਘ ਨੇ ਮਾਤਾ ਨੂੰ ਪੁੱਛਣਾ, ਮਾਂ ਤੂੰ ਮੇਰੇ ਕੇਸਾਂ ਦੀ ਸੰਭਾਲ ਬੜੀ ਕਰਦੀ ਐ, ਇੰਨਾ ਮੇਰੇ ਕੇਸਾਂ ਨੂੰ ਕਿਉਂ ਸਾਂਭਦੀ ਐ ਤੂੰ? ਤੇ ਮਾਂ ਨੇ, ਭੈਣੋ ਯਾਦ ਰੱਖਿਓ, ਤੁਹਾਨੂੰ ਲੱਗਾ ਬੇਨਤੀ ਕਰਨ। ਭਾਈ ਤਾਰੂ ਸਿੰਘ ਦੀ ਮਾਤਾ ਨੇ ਜਵਾਬ ਦੇਣਾ, ਕਹਿਣਾ, ਤਾਰੂ ਸਿਆਂ ਤੇਰੇ ਕੇਸਾਂ ਦੀ ਸੰਭਾਲ ਮੈਂ ਤਾਂ ਕਰਦੀ ਆ, ਜਿਹਦਾ ਕੇਸ ਗੜ ਕਾਇਮ ਹੋਏਗਾ ਉਹਦਾ ਆਨੰਦਪੁਰ ਕਦੇ ਨਹੀਂ ਉਜੜਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ ਆਖੋ ਸਤਨਾਮ। ਨੋਟ ਕਰਿਓ ਗੱਲ, ਜਿਹਦਾ ਕੇਸ ਗੜ ਕਾਇਮ ਹੋਏਗਾ ਉਹਦਾ ਆਨੰਦਪੁਰ ਕਦੇ ਨਹੀਂ ਉਜੜੇਗਾ। ਆਪਾਂ ਸਾਰੇ ਸਿੱਖਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਕਿੱਥੋਂ ਮਿਲੀ ਹੈ ਜੀ? ਆਨੰਦਪੁਰ ਸਾਹਿਬ ਦੀ ਧਰਤੀ ਤੋਂ, ਸ੍ਰੀ ਕੇਸਗੜ੍ਹ ਸਾਹਿਬ ਤੋਂ। ਮਾਂ ਨੇ ਬੜੇ ਪਿਆਰ ਨਾਲ ਕੇਸ ਪਾੜ ਲਏ, ਨਾਮ ਰੱਖਿਆ ਸੀ ਤਾਰੂ, ਤੇ ਮਾਂ ਨੇ ਸਦਾ ਕਹਿਣਾ, ਤਾਰੂ ਤੇਰਾ ਨਾਮ ਤਾਰੂ ਰੱਖਿਆ ਤੇ ਤਾਰੂ ਬਣ ਕੇ ਵਿਖਾਈ, ਕਿਤੇ ਡੁੱਬ ਨਾ ਜਾਈ, ਕਦੇ ਦਾਗ ਨਾ ਲੱਗ ਜਾਵੇ। ਭਾਈ ਤਾਰੂ ਸਿੰਘ ਦੇ ਪਿਤਾ ਜੀ ਪਹਿਲਾਂ ਚੜ੍ਹਾਈ ਕਰ ਗਏ ਸਨ, ਸ਼ਹੀਦ ਹੋ ਗਏ ਸਨ ਭਾਈ ਜੋਧ ਸਿੰਘ ਜੀ। ਤੇ ਮਾਂ ਨੇ ਛੋਟੇ ਹੁੰਦੇ ਭੈਣ ਭਰਾਵਾਂ ਨੂੰ ਪਾਲਿਆ ਸੀ। ਇਹ ਯਾਦ ਰੱਖਿਓ ਭੈਣੋ, ਇਹ ਤੁਹਾਡੇ ਵੱਸ ਵਿੱਚ ਹੈ, ਇਹ ਮਾਂ ਦੇ ਵੱਸ ਵਿੱਚ ਹੈ ਵੀ ਮਾਂ ਨੇ ਆਪਣੇ ਪੁੱਤ ਨੂੰ ਸਾਧ ਬਣਾਉਣਾ ਤੇ ਜਾਂ ਆਪਣੇ ਪੁੱਤ ਨੂੰ ਚੋਰ ਬਣਾਉਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੱਚੇ ਦਾ ਸਭ ਤੋਂ ਪਹਿਲਾ ਟੀਚਰ, ਅਧਿਆਪਕ, ਗੁਰੂ ਹੈ ਮਾਂ। ਪੜ੍ਹਦੇ ਹੋ ਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਸਭ ਤੋਂ ਜ਼ਿਆਦਾ ਬੱਚਾ ਆਪਣੀ ਮਾਂ ਦੇ ਨੇੜੇ ਹੁੰਦਾ ਹੈ, ਇਹ ਮਾਂ ਦੇ ਵੱਸ ਵਿੱਚ ਹੈ। ਮੈਂ ਕਈ ਥਾਵਾਂ ਤੇ ਬੇਨਤੀ ਕੀਤੀ ਹੈ, ਸਵਾਮੀ ਤੁਲਸੀਦਾਸ ਜੀ ਦਾ ਬਚਨ ਹੈ, ਜਨਨੀ ਜਨੈ ਤੋ ਭਗਤ ਜਨ ਕਹਿ ਦਾਤਾ ਕੈ ਸੂਰ, ਨਾਹੀ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂਰ। ਕਹਿੰਦੇ ਮਾਂ ਨੇ ਜਨਮ ਦੇਣਾ ਤਾਂ ਕਿਸੇ ਭਗਤ ਨੂੰ ਜਨਮ ਦੇਵੇ, ਕਿਸੇ ਦਾਨੀ ਨੂੰ ਜਨਮ ਦੇਵੇ, ਕਿਸੇ ਸੂਰਮੇ ਨੂੰ ਜਨਮ ਦੇਵੇ। ਜੇ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਜਨਮ ਨਹੀਂ ਦੇ ਸਕਦੀ, ਇਦੋਂ ਚੰਗਾ, ਮਾਫ ਕਰਿਓ ਕੌੜੇ ਨੇ ਬਚਨ, ਕਹਿੰਦੇ ਇਦੋਂ ਚੰਗਾ ਔਂਤਰੀ ਰਹਿ ਨਹੀਂ ਪਰ ਜੰਮੀ ਕਿਸੇ ਨੂੰ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਉਹ ਧਰਤੀ ਤੇ ਭਾਰ ਹਨ ਜਿਹੜੇ ਨਾਮ ਨਹੀਂ ਜਪਦੇ ਹਨ, ਜਿਨ੍ਹਾਂ ਦੇ ਮਨ ਵਿੱਚ ਰੱਬ ਦੀ ਯਾਦ ਨਹੀਂ ਹੈ। ਫਿੱਟ ਅਵੇਹਾ ਜੀਵਿਆ ਅਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ। ਸਾਡਾ ਜ਼ੋਰ ਨਾ ਦੋ ਕੰਮਾਂ ਤੇ ਰਹਿ ਗਿਆ ਜੀ, ਇੱਕ ਵਿਸ਼ਿਆਂ ਤੇ, ਇੱਕ ਖਾਣ ਤੇ, ਦੋ ਕੰਮਾਂ ਤੇ ਜ਼ੋਰ। ਤੇ ਮਹਾਰਾਜ ਨੇ ਖਾਣ ਤੋਂ ਨਹੀਂ ਰੋਕਿਆ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਕੋਲ ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਕੋਈ ਸੇਵਾਦਾਰ ਸੀ ਉਹਨਾਂ ਦਾ। ਕਹਿੰਦੇ ਮਹਾਂਪੁਰਖਾਂ ਨੂੰ ਜਾ ਕੇ ਕਹਿੰਦੇ, ਸੰਤ ਜੀ ਇਹ ਅੰਨ ਬੜਾ ਖਾਂਦਾ ਹੈ, ਇਹਨੂੰ ਸਮਝਾਓ। 12-12, 15-15 ਪ੍ਰਸ਼ਾਦੇ, 2-2 ਡੋਂਗੇ ਖੀਰ ਦੇ, ਜੱਗ ਜੱਗ ਦੁੱਧ ਦਾ ਪੀ ਜਾਂਦਾ ਹੈ। ਇਹਦੀ ਖੁਰਾਕ ਬਹੁਤ ਹੈ। ਸਾਡੇ ਗਗਨ ਵਰਗਾ ਸੀ। ਮਹਾਂਪੁਰਖਾਂ ਕੋ ਚਲੇ ਗਏ, ਸੰਤਾਂ ਨੇ ਸੱਦ ਲਿਆ, ਕਹਿੰਦੇ ਬੁਲਾ ਲਓ। ਲੈ ਆਏ, ਬਿਠਾ ਲਿਆ। ਅੱਛਾ, ਸੰਤ ਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ ਜੀ? ਸੱਚੇ ਸੰਤ ਦੀ ਨਿਸ਼ਾਨੀ ਇਹ ਸੰਤ ਨੂੰ ਉਹਦਾ ਨਾ ਕਦੇ ਪਰਖੋ ਵੀ ਇਹ ਮੇਰਾ ਨਾਮ ਲੈ ਕੇ ਆਵਾਜ਼ ਮਾਰ ਲੈਣ, ਇਹ ਮੇਰਾ ਆਹ ਕਾਰਜ ਜੜਿਆ ਉਹ ਕਾਰਜ ਕਰ ਦੇਣਗੇ ਫਿਰ ਮੈਂ ਸੰਤ ਮੰਨੂਗਾ। ਨਹੀਂ, ਸੰਤ ਦੀ ਪਰਖ ਕੀਤੇ ਬਿਨਾ ਸੰਤ ਨੂੰ ਸੰਤ ਨਾ ਮੰਨੋ। ਤੇ ਪਰਖ ਕਰਨ ਦਾ ਢੰਗ ਬਹੁਤ ਸੌਖਾ ਹੈ, ਪਰਖਣਾ ਚਾਹੀਦਾ ਹੈ, ਪਰ ਦੂਜੇ ਢੰਗ ਨਾਲ ਨਾ ਪਰਖਿਆ ਕਰੋ। ਕਿਵੇਂ ਪਰਖੋ? ਜਿਹੜੇ ਸੰਤ ਕੋ ਜਾਂਦੇ ਹੋ ਤੁਸੀਂ, ਮਹਾਂਪੁਰਖ ਕੋਲ ਜਾਂਦੇ ਹੋ, ਜੇ ਤੁਹਾਨੂੰ ਜਾਂਦਿਆਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਦਾ ਨਾ, ਸਿੱਖਾ ਤੇਰਾ ਨਿਤਨੇਮ ਕਿੰਨਾ ਹੈ, ਤੇ ਸਮਝ ਲਓ ਪੱਕਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੱਜਣ ਢੂੰਡ ਸੱਜਣ ਸੰਤ ਪੱਕਿਆ। ਤੇ ਜਿਹੜਾ ਜਾਂਦਿਆਂ ਨੂੰ ਪੁੱਛੇ ਵੀ ਤੇਰਾ ਕਾਰੋਬਾਰ ਕੀ ਹੈ, ਕਿੰਨੀ ਆਮਦਨ ਤੈਨੂੰ ਮਹੀਨੇ ਦੀ ਆ ਜਾਂਦੀ ਹੈ, ਸਮਝ ਲਓ ਵੀ ਖਾਲੀ ਭਾਂਡਾ, ਪੱਲੇ ਕੁਛ ਨਹੀਂ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਨੇ ਉਹ ਸੇਵਾਦਾਰ ਬੁਲਾ ਲਿਆ ਤੇ ਉਹਨੂੰ ਬਿਠਾ ਕੇ ਪੁੱਛਦੇ ਆ, ਕਹਿੰਦੇ ਤੇਰੀ ਸ਼ਿਕਾਇਤ ਆਈ ਹੈ ਤੂੰ ਖਾਣਾ ਬਹੁਤ ਹੈ, ਲੰਗਰ ਪਾਣੀ ਬਹੁਤ ਛਕਦਾ ਹੈ, ਨਿਤਨੇਮ ਕੀ ਕਰਦਾ ਵੀ ਤੂੰ?
ਉਹਨੇ ਹੱਥ ਜੋੜੇ ਕਹਿਣ ਲੱਗਾ, ਮਹਾਂਪੁਰਖੋ ਤੁਹਾਡੀ ਕਿਰਪਾ ਦੇ ਨਾਲ ਸੁਣਿਓ ਧਿਆਨ ਨਾਲ, 5 ਬਾਣੀਆਂ ਦਾ ਨਿਤਨੇਮ, 2 ਪਾਠ ਸੁਖਮਨੀ ਸਾਹਿਬ ਦੇ, 6 ਮਾਲਾ ਮੂਲ ਮੰਤਰ ਦੀਆਂ, 80 ਮਾਲਾ ਗੁਰ ਮੰਤਰ ਦੀਆਂ ਰੋਜ਼ ਕਰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੱਛਾ ਫਿਰ ਕਹਿੰਦੇ ਇੰਨਾ ਨਿਤਨੇਮ ਹੋਣ ਤੋਂ ਬਾਅਦ ਵਿੱਚ ਜਿਹੜਾ ਸਮਾਂ ਪਿੱਛੇ ਬਚਦਾ ਉਹ ਚੌਪਈ ਸਾਹਿਬ ਜਾਂ ਆਸਾ ਦੀ ਵਾਰ ਜਾਂ ਹੋਰ ਬਾਣੀ ਪੜ੍ਹ ਕੇ ਗੁਜ਼ਾਰਦਾ ਹੈ। ਸੰਤਾਂ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਕਹਿੰਦੇ ਰੱਜ ਕੇ ਹੋਰ ਖਾਇਆ ਕਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇਰਾ ਖਾਦਾ ਵੀ ਪ੍ਰਵਾਨ ਹੈ। 5 ਬਾਣੀਆਂ ਨਿਤਨੇਮ ਦੀਆਂ, 2 ਸੁਖਮਨੀ ਸਾਹਿਬ, 6 ਮਾਲਾ ਮੂਲ ਮੰਤਰ ਦੀਆਂ, 80 ਮਾਲਾ ਗੁਰ ਮੰਤਰ ਦੀਆਂ, ਉਹ ਤੂੰ ਤਾਂ 4-5 ਨਿਤਨੇਮ ਇਕੱਠੇ ਕਰ ਲੈਂਦਾ ਰੋਜ਼। ਤੇ ਸਾਡੇ ਵਰਗਾ ਕਹਿੰਦਾ ਸਵੇਰੇ ਜਪਜੀ ਸਾਹਿਬ ਕਰਨ ਨੂੰ ਸਮਾਂ ਹੈ ਨਹੀਂ ਮੇਰੇ ਕੋਲ। ਮਹਾਂਪੁਰਖ ਕਹਿਣ ਲੱਗੇ ਹੋਰ ਖਾਇਆ ਕਰ, ਖਾਣਾ ਮਾੜਾ ਨਹੀਂ ਹੈ ਤੇਰਾ। ਯਾਦ ਰੱਖਿਓ, ਕਈ ਖਾਣ ਵਾਸਤੇ ਜਿਉਂਦੇ ਨੇ ਤੇ ਕਈ ਜਿਉਣ ਵਾਸਤੇ ਖਾਂਦੇ ਨੇ। ਖਾਣ ਵਾਸਤੇ ਨਹੀਂ ਜਿਉਣਾ ਕਦੇ, ਜੀਣ ਵਾਸਤੇ ਖਾਣਾ ਚਾਹੀਦਾ ਹੈ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੈ। ਮੈਂ ਬੇਨਤੀ ਇੱਥੋਂ ਆਰੰਭ ਕੀਤੀ ਸੀ, ਮਾਂ ਦੇ ਵੱਸ ਵਿੱਚ ਹੈ ਵੀ ਉਹਨੇ ਸੰਤ ਪੈਦਾ ਕਰਨਾ ਹੈ, ਸਾਧ ਪੈਦਾ ਕਰਨਾ ਜਾਂ ਚੋਰ ਪੈਦਾ ਕਰਨਾ। ਤੁਸੀਂ ਪੁੱਛੋਗੇ ਵੀ ਉਹ ਕਿੱਦਾਂ ਮਾਂ ਦੇ ਵੱਸ ਵਿੱਚ ਕਿੱਦਾਂ ਹੈ ਜੀ? ਸੁਣੋ ਭੈਣੋ ਧਿਆਨ ਨਾਲ। ਅੱਜ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਵੀ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਆਉਂਦਾ ਨਾ, ਪੇਟ ਵਿੱਚ ਬੱਚਾ ਆਉਂਦਾ ਹੈ, ਜਿਹੜੇ ਕੰਮ ਮਾਂ ਉਦੋਂ 9 ਮਹੀਨੇ ਕਰੇਗੀ ਨਾ ਬੱਚੇ ਦੇ ਪੇਟ ਵਿੱਚ ਆਉਣ ਤੋਂ ਬਾਅਦ, ਜਿਹੜੇ ਵੀ ਕੰਮ ਕਰੇਗੀ, ਜਿਹੋ ਜਿਹਾ ਬੋਲੇਗੀ, ਜਿਹੋ ਜਿਹਾ ਦੇਖੇਗੀ, ਜਿਹੋ ਜਿਹਾ ਸੁਣੇਗੀ, ਉਹਦਾ ਅਸਰ ਉਹ ਬੱਚੇ ਤੇ ਹੋਏਗਾ। ਉਹੋ ਜਿਹਾ ਬੱਚਾ ਤੁਹਾਡੇ ਘਰੇ ਜਨਮ ਲਏਗਾ। ਅੱਜ ਸਿੱਖ ਕਹਿੰਦੇ ਆ ਵੀ ਹਰ ਗੱਲ ਵਿੱਚ ਸਾਨੂੰ ਸਾਇੰਸ ਲਿਆ ਕੇ ਦਿਓ। ਸਾਇੰਸ ਮੰਨਦੀ ਹੈ? ਹਾਂ, ਸਾਇੰਸ ਮੰਨਦੀ ਇਸ ਗੱਲ ਨੂੰ, ਮੰਨਦੀ ਇਸ ਚੀਜ਼ ਨੂੰ। ਜਿਹੋ ਜਿਹਾ ਘਰ ਦਾ ਮਾਹੌਲ ਹੋਏਗਾ ਉਹੋ ਜਿਹਾ ਤੁਹਾਡੇ ਘਰੇ ਰੂਹ ਜਨਮ ਲਏਗੀ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਹੁਤ ਸੋਹਣਾ ਬਚਨ ਕਰਦੇ ਹੁੰਦੇ ਸੀ, ਸੁਣਿਓ। ਗਿਆਨੀ ਸੰਤ ਸਿੰਘ ਜੀ ਮਸਕੀਨ ਹੁਣਾਂ ਨੇ ਕਹਿਣਾ, ਕਿਸੇ ਪਵਿੱਤਰ ਰੂਹ ਨੂੰ, ਨਾਮ ਜਪਣ ਵਾਲੀ ਰੂਹ ਨੂੰ ਓਨਾ ਸਮਾਂ ਜਨਮ ਨਹੀਂ ਮਿਲਦਾ ਜਿੰਨਾ ਸਮਾਂ ਉਹਨੂੰ ਉਹਦੀ ਉਹੋ ਜੀ ਕੁੱਖ ਨਹੀਂ ਮਿਲਦੀ। 2 ਰੂਹਾਂ ਸੰਸਾਰ ਵਿੱਚ ਸਦਾ ਫਿਰਦੀਆਂ ਰਹਿੰਦੀਆਂ ਨੇ, ਇੱਕ ਜਿਹੜੀਆਂ ਸਭ ਤੋਂ ਪਵਿੱਤਰ ਹੋਣ ਤੇ ਇੱਕ ਜਿਹੜੀਆਂ ਸਭ ਤੋਂ ਮਲੀਨ ਹੋਣ, ਪ੍ਰੇਤ ਰੂਹਾਂ। ਛੇਤੀ ਕੀਤੇ ਜਿੰਨਾ ਤਗੜਾ ਪ੍ਰੇਤ ਹੋਏਗਾ, ਮਾੜੀ ਆਤਮਾ ਹੋਏਗੀ, ਉਹ ਵੀ ਜਨਮ ਨਹੀਂ ਲਏਗੀ, ਕਿਉਂਕਿ ਉਹਨੂੰ ਓਨੀ ਗੰਦੀ ਕੁੱਖ ਚਾਹੀਦੀ ਜਿੰਨਾ ਗੰਦਾ ਉਹ ਆਪ ਹੈ। ਤੇ ਚੰਗੀ ਰੂਹ ਜਿਹੜੀ ਨਾਮ ਜਪਣ ਵਾਲੀ ਰੂਹ ਹੈ, ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਵਰਗੀ ਰੂਹ ਨੇ ਜਨਮ ਲੈਣਾ ਹੋਵੇ ਤੇ ਐਵੇਂ ਕਿਸੇ ਆਮ ਕਿਸੇ ਮਾਂ ਦੇ ਕੁੱਖੋਂ ਜਨਮ ਲੈ ਲੈਣਗੇ? ਕਦੇ ਵੀ ਨਹੀਂ ਹੋ ਸਕਦਾ। ਜਿੰਨੀ ਬੰਦਗੀ ਰਾੜੇ ਸਾਹਿਬ ਵਾਲੇ ਮਹਾਰਾਜ ਜੀ ਦੀ ਸੀ, ਓਨੀ ਬੰਦਗੀ ਮਾਂ ਦੀ ਹੋਏਗੀ ਤੇ ਤਾਂ ਜਨਮ ਲਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਦੀ ਤੋਂ 27-28 ਸਾਲ ਪਿੱਛੋਂ ਹੋਇਆ ਸੀ ਜਾ ਕੇ। ਮਹਾਰਾਜ ਨੇ 26 ਸਾਲ 9 ਮਹੀਨੇ ਤੇ 13 ਦਿਨ ਬੰਦਗੀ ਕੀਤੀ। ਤੇ ਜੇ ਮਹਾਰਾਜ ਨੇ ਇੰਨਾ ਲੰਮਾ ਸਮਾਂ ਬੰਦਗੀ ਕੀਤੀ, ਉਹਨਾਂ ਸਮਾਂ ਹੀ ਮਾਤਾ ਗੁਜਰੀ ਨੇ ਹੱਥ ਵਿੱਚ ਡਾਂਗ ਫੜ ਕੇ ਪਹਿਰਾ ਦਿੱਤਾ ਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਰਗੀ ਰੂਹ ਨੇ ਘਰ ਜਨਮ ਲਿਆ ਸੀ। ਅੱਜ ਸਾਨੂੰ ਜਦੋਂ ਪਤਾ ਲੱਗਦਾ ਨਾ ਜੀ, ਅੱਜ ਡਾਕਟਰ ਕਹਿ ਦਿੰਦੇ ਨੇ ਵੀ ਹੁਣ ਤੁਹਾਡੇ ਘਰੇ ਖੁਸ਼ਖਬਰੀ ਆਉਣ ਵਾਲੀ ਹੈ, ਬੱਚਾ ਬੱਚੀ ਜਨਮ ਲੈਣ ਵਾਲਾ ਹੈ, ਤੇ ਕਹਿਣਗੇ ਮਾਂ ਨੂੰ ਆਰਾਮ ਕਰਾਓ ਜੀ 9 ਮਹੀਨੇ, ਬਹੁਤਾ ਭਾਰਾ ਨਾ ਕੰਮ ਕਰਨ ਦਿਓ, ਇਹਨੂੰ ਹਲਕਾ ਫੁਲਕਾ ਕੰਮ ਕਰੇ ਤੇ ਆਰਾਮ ਕਰੇ, ਬੱਚੇ ਦੀ ਸਿਹਤ ਤੇ ਅਸਰ ਪਏਗਾ। ਮਾਫ ਕਰਿਓ ਗੱਲ ਕੌੜੀ ਹੈ ਥੋੜੀ ਜੀ, ਕੋਈ ਨਹੀਂ, ਧਿਆਨ ਰੱਖੋ, ਕੁਛ ਨਹੀਂ ਹੁਣ ਲੱਗ ਉੜਦੇ ਰਹਿਣ ਦਿਓ। ਇਦਾਂ ਹੀ ਹੁੰਦੀ ਨਾ ਜੀ ਭੈਣੋ, ਥੋੜੀ ਜੀ ਗੱਲ ਹਜਮ ਕਰਿਓ। ਹੁਣ ਹੁੰਦਾ ਸੱਚ ਹੈ, ਮੰਨੇ ਕੋਈ ਨਾ ਮੰਨੇ, ਤੇ ਮਾਫ ਕਰਿਓ ਬਹੁਤਾਤ ਸਾਡੇ ਘਰਾਂ 'ਚ ਉਹਨਾਂ ਭੈਣਾਂ ਦੀ ਗਿਣਤੀ ਹੈ ਜਿਹੜੀਆਂ ਕਹਿੰਦੀਆਂ ਨੇ ਅੱਛਾ 9 ਮਹੀਨੇ ਵਿਹਲੇ ਆ ਹੁਣ, ਹਾਂ ਨੈਟ ਪੈਕ ਪਵਾਓ ਹੁਣ, ਵਿਹਲੇ ਬਹਿ ਕੇ ਜੋ ਸੰਸਾਰ ਦਾ ਗੰਦ ਮੰਦ ਹੈ ਉਹ ਨੈਟਾਂ ਤੇ ਮੋਬਾਈਲਾਂ ਤੇ ਬਹਿ ਬਹਿ ਦੇਖਦੀਆਂ ਨੇ। ਤੇ ਗੱਲ ਕੌੜੀ ਹੈ, ਜਿਹੋ ਜਿਹੇ ਭੂਤ ਪ੍ਰੇਤ ਉਹ ਨੈਟਾਂ ਮੋਬਾਈਲਾਂ ਤੇ ਵੇਖਦੀਆਂ ਨੇ, ਉਹੋ ਜਿਹੇ ਭੂਤ ਪ੍ਰੇਤ ਤੁਹਾਡੇ ਘਰੇ ਜਨਮ ਲੈਂਦੇ ਨੇ। ਫਿਰ ਮਾਂ ਦਾ ਫਰਜ਼ ਹੈ ਵੱਧ ਤੋਂ ਵੱਧ ਬਾਣੀ ਪੜ੍ਹੇ, ਵੱਧ ਤੋਂ ਵੱਧ ਨਾਮ ਜਪੇ। ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ ਦਿਨ ਧਨ ਜਣੇਂਦੀ ਮਾਓ ਆਏ ਸਭ। ਉਹਨਾਂ ਦਾ ਆਉਣਾ ਸੰਸਾਰ ਵਿੱਚ ਧਨ ਹੈ, ਗੁਰਬਾਣੀ ਦਾ ਫੈਸਲਾ ਹੈ ਜੀ। ਜਿਨ੍ਹਾਂ ਜੰਮਿਆ ਭਗਤਾਂ ਨੂੰ ਉਹਨਾਂ ਨੂੰ ਧਨ ਗੁਰਬਾਣੀ ਕਹਿੰਦੀ, ਜੰਮਿਆ ਭਗਤਾਂ ਨੂੰ ਉਹਨਾਂ ਨੂੰ ਧਨ ਗੁਰਬਾਣੀ ਕਹਿੰਦੀ। ਜਿਨ੍ਹਾਂ ਜੰਮਿਆ ਭਗਤਾਂ ਨੂੰ ਉਹਨਾਂ ਨੂੰ ਧਨ ਗੁਰਬਾਣੀ ਕਹਿੰਦੀ, ਜਿਨ੍ਹਾਂ
ਆਏ ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ। ਗੁਰਬਾਣੀ ਧਨ ਆਖਦੀ ਹੈ ਉਹਨਾਂ ਨੂੰ। ਲਓ ਆਪਣੀ ਵਿਚਾਰਾਂ ਨੂੰ ਆਈਏ। ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਕਾਰਨ ਬਣਿਆ ਹਰ ਭਗਤ ਨੰਜਣੀਆਂ ਨੇ ਚੁਗਲੀ ਕਰ ਦਿੱਤੀ ਲਾਹੌਰ ਦਰਬਾਰ ਵਿੱਚ। ਜ਼ਕਰੀਆ ਖਾਨ ਨੂੰ ਕਹਿਣ ਲੱਗਾ ਤੂੰ ਸਿੱਖਾਂ ਨੂੰ ਮੁਕਾਉਣਾ ਚਾਹੁੰਦਾ ਹੈ, ਮਾਰਨਾ ਚਾਹੁੰਦਾ ਹੈ, ਖਤਮ ਕਰਨਾ ਚਾਹੁੰਦਾ ਹੈ, ਤੂੰ ਬਾਹਰ ਸਿੱਖਾਂ ਨੂੰ ਕੀ ਮਾਰੇਗਾ? ਤੇਰੇ ਲਾਹੌਰ ਦੀਆਂ ਕੰਧਾਂ ਦੇ ਨਾਲ ਪੂਲਾ ਪਿੰਡ ਹੈ ਤੇ ਪੂਲੇ ਪਿੰਡ ਵਿੱਚ ਤਾਰੂ ਸਿੰਘ ਰਹਿੰਦਾ ਹੈ ਜਿਹੜਾ ਸਰਕਾਰ ਦੇ ਬਾਗੀਆਂ ਨੂੰ ਪਨਾਹ ਦਿੰਦਾ ਹੈ, ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦਾ ਹੈ। ਯਾਦ ਰੱਖਿਓ ਸੰਗਤ ਜੀ, ਭਾਈ ਤਾਰੂ ਸਿੰਘ ਕੱਲਾ ਸਿੱਖਾਂ ਦਾ ਚਹੇਤਾ ਨਹੀਂ ਸੀ। ਭਾਈ ਤਾਰੂ ਸਿੰਘ ਦੇ ਹਿੰਦੂ ਵੀ ਬੜੇ ਪਿਆਰ ਕਰਨ ਵਾਲੇ ਸਨ। ਪੂਲੇ ਪਿੰਡ ਵਿੱਚ ਬੜੇ ਮੁਸਲਮਾਨ ਭਰਾ ਵੀ ਰਹਿੰਦੇ ਸੀ ਜਿਹੜੇ ਪਿਆਰ ਕਰਦੇ ਸਨ ਭਾਈ ਤਾਰੂ ਸਿੰਘ ਦੇ ਨਾਲ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਰੱਬ ਦਾ ਪਿਆਰਾ ਹੋਏਗਾ ਉਹ ਸਾਰਿਆਂ ਦਾ ਪਿਆਰਾ ਹੋਏਗਾ। ਭਾਈ ਤਾਰੂ ਸਿੰਘ ਵੀ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦੇ ਸੀ ਤੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਇਸ ਘਰ ਵਿੱਚ ਕਦੇ ਵੀ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਆ ਨਾ ਜੀ, ਚਾਹੇ ਮੱਕੇ ਗਏ ਨੇ, ਚਾਹੇ ਹਰਿਦੁਆਰ ਗਏ ਨੇ, ਚਾਹੇ ਜਗਨਨਾਥ ਗਏ ਨੇ, ਜਿੱਥੇ ਵੀ ਕਿਤੇ ਗਏ ਨੇ, ਮਹਾਰਾਜ ਨੇ ਧਰਮ ਨੂੰ ਮਾੜਾ ਨਹੀਂ ਆਖਿਆ, ਧਰਮ ਦੇ ਨਾਂ ਤੇ ਹੁੰਦੇ ਪਖੰਡ ਨੂੰ ਮਾੜਾ ਆਖਿਆ। ਇਹ ਉਹ ਘਰ ਹੈ ਜਿਹੜੇ ਘਰ ਵਿੱਚੋਂ ਆਵਾਜ਼ ਆਉਂਦੀ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਇਹ ਉਹ ਘਰ ਹੈ ਜਿਹੜੇ ਘਰ ਚੋਂ ਆਵਾਜ਼ ਆਉਂਦੀ ਹੈ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਹ ਉਹ ਘਰ ਹੈ ਜਿਹੜੇ ਘਰ ਚੋਂ ਆਵਾਜ਼ ਆਉਂਦੀ ਹੈ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇਸ ਘਰ ਵਿੱਚ ਕਦਾਂ ਕਿਸੇ ਨੂੰ ਮਾੜਾ ਕਿਹਾ ਜਾ ਸਕਦਾ? ਮਹਾਰਾਜ ਨੇ ਧਰਮਾਂ ਦੀਆਂ ਵੰਡੀਆਂ ਨਹੀਂ ਪਾਈਆਂ ਜੀ, ਇਹ ਵੰਡੀਆਂ ਅਸੀਂ ਪਾ ਲਈਆਂ। ਰੱਬ ਦੇ ਘਰ ਵਿੱਚ ਧਰਮ ਦੀ ਕੋਈ ਵੰਡੀ। ਆ ਵੇਖੋ ਹੁਣ ਤੁਹਾਡੇ ਨਗਰ ਅਸੀਂ ਇੱਥੇ ਆਏ ਆ ਨਾ ਜੀ, ਮੰਜ਼ਿਲ ਸਾਰਿਆਂ ਦੀ ਇੱਕੋ ਹੈ, ਰਾਹ ਵੱਖੋ ਵੱਖਰੇ ਹੋ ਸਕਦੇ ਆ। ਕੋਈ ਇੱਧਰ ਅਸੀਂ ਸੰਗਰੂਰ ਵੱਲ ਦੀ ਆ ਗਿਆ, ਕੋਈ ਮਲੇਰਕੋਟਲੇ ਵੱਲ ਦੀ ਆ ਗਿਆ, ਕੋਈ ਖੰਨੇ ਵੱਲ ਦੀ ਆ ਗਿਆ। ਆਉਣਾ ਤਾਂ ਇੱਥੇ ਸੀ ਨਾ, ਜਾਣਾ ਸਾਰਿਆਂ ਨੇ ਉਹ ਖਸਮ ਤੱਕ ਹੈ, ਰਾਹ ਅੱਡੋ ਅੱਡ ਹੋ ਸਕਦੇ ਨੇ। ਧਰਮ ਨਹੀਂ ਮਾੜਾ ਕੋਈ ਵੀ ਹੁੰਦਾ, ਧਰਮਾਂ ਦੀ ਵੰਡੀ ਅਸੀਂ ਪਾ ਲਈ। ਇੱਕ ਛੋਟੀ ਜੀ ਗੱਲ ਧਿਆਨ ਵਿੱਚ ਆਈ। ਇੱਕ ਨਾ ਜੀ ਮਹਾਂਪੁਰਖ, ਉਹਨਾਂ ਦੇ ਦੋ ਚੇਲੇ ਸੀ। ਉਹ ਏਦਾਂ ਥੱਕੇ ਹਾਰੇ ਆਏ ਤੇ ਆਪਣੇ ਚੇਲਿਆਂ ਨੂੰ ਕਹਿੰਦੇ ਪੁੱਤ ਮੈਂ ਥੱਕਿਆ ਹੋਇਆ ਤੇ ਮੇਰੀਆਂ ਲੱਤਾਂ ਘੁੱਟ ਦਿਓ, ਮੈਂ ਲੱਗਾ ਆਰਾਮ ਕਰਨ। ਸੁਣਿਓ ਅਸੀਂ ਧਰਮ ਕਿਦਾਂ ਵੰਡੇ ਹੋਏ। ਸੰਤ ਲੰਮੇ ਪੈ ਗਏ, ਉਹ ਲੱਗ ਪਏ ਲੱਤਾਂ ਘੁੱਟਣ। ਇੱਕ ਨੇ ਇੱਕ ਲੱਤ ਪੱਟ ਵਿੱਚ ਰੱਖ ਲਈ, ਦੂਜੇ ਨੇ ਦੂਜੇ ਪਾਸੇ ਰੱਖ ਲਈ। ਸੀਗੇ ਬੱਚੇ ਘੁੱਟਣ ਲੱਗ ਪਏ। ਥੋੜਾ ਜਿਹਾ ਸਮਾਂ ਲੰਘਿਆ, ਸੀਗੇ ਸ਼ਰਾਰਤੀ। ਉਹ ਇੱਕ ਨੇ ਦੂਜੀ ਲੱਤ ਨੂੰ ਹੱਥ ਲਾ ਦਿੱਤਾ। ਉਹ ਮੋਰਿਓ ਕਹਿੰਦਾ ਓਏ ਮੇਰੀ ਲੱਤ ਨੂੰ ਹੱਥ ਨਾ ਲਾਈ। ਕਹਿੰਦਾ ਕਿਉਂ? ਕਹਿੰਦਾ ਜੇ ਲਾਇਆ ਤੇਰੀ ਲੱਤ ਤੋੜ ਦੂੰ। ਪਹਿਲਾ ਬੱਚਾ ਚੇਲਾ ਦੂਜੇ ਨੂੰ ਕਹਿੰਦਾ ਜੇ ਤੂੰ ਮੇਰੀ ਨੂੰ ਲਾਇਆ ਮੈਂ ਤੇਰੀ ਤੋੜ ਦੂੰ। ਬਹਿਸ ਪਏ ਆਪਸ ਵਿੱਚ। ਸੰਤ ਸੁੱਤੇ ਪਏ ਨੇ, ਸੰਤਾਂ ਨੂੰ ਨਹੀਂ ਪਤਾ। ਇੱਕ ਉੱਠ ਕੇ ਗਿਆ ਪਾਣੀ ਪੀਣ ਵਾਸਤੇ। ਜਿਹੜਾ ਮਗਰਲਾ ਸੀ ਸ਼ਰਾਰਤੀ, ਉਹਨੇ ਨਾ ਜੀ ਉਹ ਜਿਹੜੀ ਲੱਤ ਦੂਜਾ ਘੁੱਟਦਾ ਸੀ ਉਹ ਚੱਕ ਕੇ ਆਪਣੇ ਪੱਟਾਂ 'ਚ ਰੱਖ ਲਈ, ਘੁੱਟਣ ਲੱਗ ਪਿਆ। ਉਹ ਬਾਹਰੋਂ ਆਇਆ, ਜਦੋਂ ਆ ਕੇ ਵੇਖਿਆ ਚੜ ਗਿਆ ਗੁੱਸਾ ਵੀ ਇਹਨੇ ਤਾਂ ਜਿਹੜੀ ਲੱਤ ਮੈਂ ਘੁੱਟਦਾ ਸੀ ਉਹ ਲੱਤ ਚੱਕ ਕੇ ਆਪਣੇ ਪੱਟਾਂ 'ਚ ਰੱਖੀ ਹੋਈ ਹੈ। ਕਹਿੰਦਾ ਓਏ ਤੈਨੂੰ ਮੈਂ ਕਿਹਾ ਸੀ ਮੇਰੀ ਲੱਤ ਨੂੰ ਹੱਥ ਨਾ ਲਾਈ। ਜਿਹੜਾ ਘੁੱਟਦਾ ਸੀ ਉਹ ਕਹਿੰਦਾ ਮੈਂ ਤਾਂ ਲਾਤ ਤਾਂ ਕਰ ਲਾ, ਕੀ ਕਰਨਾ। ਉਹਨੇ ਧੱਕਾ ਮਾਰ ਕੇ ਸੱਟਿਆ ਉਹਨੂੰ, ਜਿਹੜਾ ਪਹਿਲਾਂ ਬੈਠਾ ਸੀ। ਸੰਤਾਂ ਦੀ ਲੱਤ ਤੇ ਰੱਖੀ, ਲੱਤ ਫੜ ਕੇ ਮੁੱਛਾ ਪਾਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਅੱਛਾ ਤੂੰ ਮੇਰੀ ਲੱਤ ਤੋੜੀ ਹੈ, ਮੈਂ ਤੇਰੀ ਨਹੀਂ ਛੱਡਦਾ। ਉਹਨੇ ਦੂਜੀ ਮਰੋੜ ਦਿੱਤੀ। ਦੋਨੇ ਲੱਤਾਂ ਤੋੜ ਦਿੱਤੀਆਂ ਤੇ ਸੰਤ ਨੂੰ ਪਤਾ ਨਹੀਂ ਕੀ ਹੋਈ ਜਾਂਦਾ। ਅਸੀਂ ਧਰਮ ਵੰਡੇ ਹੋਏ ਹਨ। ਹਰ ਇੱਕ ਬੰਦਾ ਕਹਿੰਦਾ ਮੇਰਾ ਧਰਮ ਚੰਗਾ ਤੇਰਾ ਮਾੜਾ। ਤੂੰ ਮੇਰੇ ਧਰਮ ਵੱਲ ਉਂਗਲ ਕਰਕੇ ਦਿਖਾਈ, ਮੈਂ ਤੇਰੀਆਂ ਲੱਤਾਂ ਤੋੜ ਦੂੰ, ਮੈਂ ਤੇਰਾ ਨੁਕਸਾਨ ਕਰ ਦੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੋਈ ਥਾਂ ਥਾਂ ਤੇ। ਇਹ ਕਿਹਨਾਂ ਲੋਕਾਂ ਨੇ ਕੀਤੀ ਹੈ? ਜਿਨ੍ਹਾਂ ਨੇ ਧਰਮਾਂ ਦੀਆਂ ਵੰਡੀਆਂ ਪਾਈਆਂ ਹੋਈਆਂ। ਆਹ ਧਰਮ ਤੇਰਾ, ਆਹ ਧਰਮ ਮੇਰਾ। ਉਹ ਸੰਤ ਪੈ ਬੌੜੀਆਂ ਪਾਉਣ, ਕਹਿੰਦੇ ਕੀ ਹੋ ਗਿਆ ਲੱਤਾਂ ਮਰੋੜਦੀਆਂ ਮੇਰੀਆਂ। ਕਹਿੰਦਾ ਇਹਨੇ ਮੇਰੀ ਲੱਤ ਨੂੰ ਹੱਥ ਲਾਇਆ ਸੀ ਮੈਂ ਤਾਂ ਤੋੜਦੀ। ਉਹ ਕਹਿੰਦਾ ਇਹਨੇ ਮੇਰੀ ਨੂੰ ਲਾਇਆ ਸੀ ਮੈਂ ਤਾਂ ਤੋੜਦੀ। ਉਹ ਕਹਿੰਦੇ ਖਸਮੋਂ ਲੱਤਾਂ ਤੇ ਮੇਰੀਆਂ ਸੀ, ਤੁਹਾਡੀਆਂ ਥੋੜੀ ਸੀ, ਤੁਸੀਂ ਵੰਡ ਕੇ ਬਹਿ ਗਏ। ਇਹ ਹਾਲ ਹੈ ਸਾਡਾ। ਭਾਈ ਤਾਰੂ ਸਿੰਘ ਨੂੰ ਸਾਰੇ ਧਰਮਾਂ ਦੇ ਲੋਕ ਬੜਾ ਪਿਆਰ ਕਰਦੇ ਸਨ। ਅੱਛਾ ਜੀ ਗ੍ਰਿਫਤਾਰ ਕਰ ਲਿਆ, ਫੌਜ ਆ ਗਈ ਚੜ ਕੇ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਨ ਨੇ ਲਾਹੌਰ ਸੱਦ ਲਿਆ।
ਇਲਜ਼ਾਮ ਇਹ ਲਾਇਆ ਗਿਆ ਵੀ ਤੂੰ ਸਿੰਘਾਂ ਦੀ ਸੇਵਾ ਕਰਦਾ ਹੈ, ਪ੍ਰਸ਼ਾਦਾ ਪਾਣੀ ਛਕਾਉਣਾ ਜੰਗਲਾਂ ਵਿੱਚ ਜਾ ਕੇ, ਇਹ ਬੰਦ ਕਰ ਦੇ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਇਹ ਪ੍ਰਸ਼ਾਦਾ ਲੰਗਰ ਮੈਂ ਨਹੀਂ ਛਕਾਉਂਦਾ, ਇਹ ਲੰਗਰ ਗੁਰੂ ਨਾਨਕ ਦਾ ਹੈ ਤੇ ਸੰਸਾਰ ਵਿੱਚ ਕੋਈ ਨਹੀਂ ਜੰਮਿਆ ਜਿਹੜਾ ਬਾਬੇ ਨਾਨਕ ਦੇ ਲੰਗਰ ਨੂੰ ਬੰਦ ਕਰ ਸਕੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੈ ਕਿਸੇ ਦੀ ਤਾਕਤ? ਜਦੋਂ ਸੰਸਾਰ ਦੇ ਸਾਰੇ ਕਾਰ ਵਿਹਾਰ ਬੰਦ ਹੋ ਗਏ ਸਨ, ਅੰਦਰ ਵੜ ਕੇ ਬਹਿ ਗਏ ਸੀ ਸਾਰੇ, ਬਾਬੇ ਨਾਨਕ ਦਾ ਲੰਗਰ ਤੇ ਉਦੋਂ ਵੀ ਚੱਲਦਾ ਸੀ, ਚੱਲਦਾ ਹੈ ਤੇ ਚੱਲਦਾ ਰਹੇਗਾ। ਬੜੇ ਆਏ ਬੰਦ ਕਰਾਉਣ ਵਾਲੇ, ਜਿਹੜੇ ਬੰਦ ਕਰਾਉਣ ਵਾਲੇ ਆਏ ਲੱਭਦੇ ਨਹੀਂ ਅੱਜ ਕਿਤੇ, ਪਤਾ ਨਹੀਂ ਕਿੱਥੇ ਗਏ। ਕਹਿੰਦੇ ਇਹ ਤੇ ਗੁਰੂ ਨਾਨਕ ਦਾ ਲੰਗਰ ਹੈ, ਇਹ ਨਹੀਂ ਬੰਦ ਹੋ ਸਕਦਾ। ਕਹਿੰਦੇ ਅੱਛਾ ਫੇਰ ਦੋ ਕੰਮ ਕਰਨੇ ਪੈਣਗੇ, ਦੋ ਗੱਲਾਂ ਮੰਨ ਲਾ। ਜਿਹੜੇ ਬੰਦੇ ਦੀ ਮਨ ਦੀ ਮੌਤ ਹੋ ਗਈ, ਗੁਰੂ ਨੇ ਜਿਹੜੀ ਮੌਤ ਕਹੀ ਉਹ ਮਰ ਗਿਆ, ਉਹ ਆਪਣੀ ਮੌਤ ਕਿਵੇਂ ਮੰਗਦਾ? ਲਓ ਸੁਣਿਓ ਹੁਣ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕੀ ਕਹਿੰਦੇ ਹੋ, ਕਿਹੜੀਆਂ ਗੱਲਾਂ ਮੰਨ ਲਈਏ? ਕਹਿੰਦੇ ਜਾਂ ਤੇ ਆਪਣਾ ਧਰਮ ਛੱਡ ਕੇ ਕੇਸ ਕਟਾ ਕੇ ਇਸਲਾਮ ਧਰਮ ਵਿੱਚ ਆ ਜਾ, ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਭਾਈ ਤਾਰੂ ਸਿੰਘ ਕਹਿਣ ਲੱਗੇ ਗੱਲ ਸੁਣੋ, ਧਰਮ ਮੈਂ ਆਪਣਾ ਛੱਡਣਾ ਨਹੀਂ, ਜਿਹੜੀ ਮਰਨ ਦੀ ਗੱਲ ਕਰਦੇ ਹੋ ਤਾਂ ਕਦੋਂ ਦੇ ਮਰੇ ਹੋਏ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਤੇ ਉਦਣੇ ਮਰ ਗਿਆ ਸੀ ਤਾਰੂ ਸਿੰਘ ਜਦੋਂ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਆਹ ਸਰੀਰ ਤੇ ਖਤਮ ਹੋਏਗਾ। ਅੱਛਾ ਤੁਸੀਂ ਕਹਿੰਦੇ ਹੋ ਜਾਂ ਇਸਲਾਮ ਵਿੱਚ ਆ ਜਾ, ਜੇ ਮੈਂ ਮੁਸਲਮਾਨ ਬਣ ਜਾਵਾਂ, ਇਸਲਾਮ ਧਰਮ ਕਬੂਲ ਕਰ ਲਵਾਂ। ਭਾਈ ਤਾਰੂ ਸਿੰਘ ਪੁੱਛਦੇ, ਕਹਿੰਦੇ ਫਿਰ ਮੌਤ ਨਹੀਂ ਆਏਗੀ? ਕਹਿੰਦੇ ਆਏਗੀ। ਕਹਿੰਦੇ ਜੇ ਫਿਰ ਆਏਗੀ ਤੇ ਫਿਰ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਕਿਉਂ ਮਰੀਏ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਮਰਨਾ ਹੀ ਹੈ ਤੇ ਗੁਰੂ ਤੋਂ ਕਾਹਤੋਂ ਬੇਮੁਖ ਹੋਣਾ? ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਨੂੰ ਛੱਡ ਕੇ ਨਹੀਂ ਮਰ ਸਕਦਾ। ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਿਆ ਗਿਆ। ਸੰਖੇਪ ਬੇਨਤੀ ਕਰਾਂ ਮੈਂ, ਇੱਕ ਚਰਖੜੀ ਉਹ ਹੁੰਦੀ ਆ ਜਿਹਦੇ ਵਿੱਚ ਦੰਦੇ ਲੱਗੇ ਹੁੰਦੇ ਨੇ। ਇਹ ਇਤਿਹਾਸ ਬਹੁਤ ਘੱਟ ਵਾਚਦੇ ਆ ਅਸੀਂ। ਇੱਕ ਚਰਖੜੀ ਉਹ ਹੁੰਦੀ ਜਿਹਦੇ ਦੰਦੇ ਨਹੀਂ ਲੱਗੇ, ਦੋ ਗੋਲ ਚੱਕਰ ਹੁੰਦੇ ਨੇ, ਉਹਦੇ ਵਿੱਚ ਬੰਦਾ ਪੀੜਿਆ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜ ਕੇ ਪੀੜਿਆ ਗਿਆ, ਕੱਲੀ ਕੱਲੀ ਹੱਡੀ ਸਰੀਰ ਦੀ ਟੁੱਟ ਗਈ ਤੇ ਸਿੱਟ ਦਿੱਤਾ ਜੇਲ੍ਹ ਕੋਠੜੀ, ਕਾਲ ਕੋਠੜੀ ਦੇ ਵਿੱਚ। ਕਹਿੰਦੇ ਆਪੇ ਰਾਤ ਨੂੰ ਚੜ੍ਹਾਈ ਕਰ ਜਾਏਗਾ, ਖਤਮ ਹੋ ਜਾਏਗਾ। ਸਵੇਰ ਹੋਈ ਤੇ ਭਾਈ ਤਾਰੂ ਸਿੰਘ ਜੀ ਚੌਕੜਾ ਲਾਈ ਬੈਠੇ ਜਪਜੀ ਸਾਹਿਬ ਦਾ ਪਾਠ ਕਰਦੇ ਆ। ਫੇਰ ਲੈ ਆਏ ਫੜ ਕੇ, ਪੁੱਛਦੇ ਆ, ਕਹਿੰਦੇ ਜਗਰੀਆ ਖਾਨ ਪੁੱਛਦਾ, ਕਹਿੰਦਾ ਤਾਰੂ ਸਿੰਘਾ ਉਹ ਸੁਣਾ ਚਰਖੜੀ ਦਾ ਸਵਾਦ ਕਿਹੋ ਜਿਹਾ ਸੀ? ਤੈਨੂੰ ਚਰਖੜੀ ਤੇ ਚਾੜਿਆ, ਤੈਨੂੰ ਚਰਖੜੀ ਸਵਾਦ ਲੱਗੀ? ਸੁਣਿਓ ਭਾਈ ਤਾਰੂ ਸਿੰਘ ਦਾ ਵਚਨ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਸ਼ਮਾ ਤੇ ਸੜਨ ਦਾ ਸਵਾਦ ਪਤੰਗਾ ਹੀ ਜਾਣਦਾ, ਤੇਰੇ ਵਰਗੀਆਂ ਮੱਖੀਆਂ ਮੱਛਰ ਨਹੀਂ ਜਾਣ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੀਵਾ ਬਲਦਾ ਹੋਵੇ ਤੇ ਪਤੰਗਾ ਉੱਪਰ ਮੱਚ ਜਾਵੇ, ਉਹਨੂੰ ਪੁੱਛ ਤੈਨੂੰ ਕਿਹੋ ਜਿਹਾ ਸਵਾਦ ਆਇਆ, ਉਹ ਕਹੇਗਾ ਦੱਸ ਨਹੀਂ ਸਕਦਾ, ਇੱਥੇ ਮੱਚ ਕੇ ਵੇਖ ਤੈਨੂੰ ਤਾਂ ਪਤਾ ਲੱਗੇਗਾ। ਕਹ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ? ਕਿਸੇ ਗੂੰਗੇ ਨੂੰ ਗੁੜ ਖਵਾਓ, ਮਠਿਆਈ ਖਵਾਓ, ਉਹਨੂੰ ਖਵਾ ਕੇ ਪੁੱਛੋ ਵੀ ਤੈਨੂੰ ਗੁੜ ਸਵਾਦ ਲੱਗਾ? ਦੱਸ ਕਿਹੋ ਜਿਹਾ ਸਵਾਦ ਸੀ ਇਹਦਾ। ਸਿਆਣੇ ਬੈਠੇ ਹੋ ਜਵਾਬ ਦਿਓ। ਗੂੰਗਾ ਦੱਸ ਸਕਦਾ ਕਿਹੋ ਜਿਹਾ ਸਵਾਦ ਸੀ ਗੁੜ ਦਾ? ਦੱਸ ਸਕਦਾ ਜੀ? ਨਹੀਂ ਦੱਸ ਸਕਦਾ। ਪਰ ਇੱਕ ਗੱਲ ਹੈ, ਪਤਾ ਲੱਗ ਜਾਏਗਾ, ਉਹਦੇ ਚਿਹਰੇ ਤੋਂ ਪਤਾ ਲੱਗ ਜਾਏਗਾ ਵੀ ਇਹਨੂੰ ਸਵਾਦ ਲੱਗਾ ਜਾਂ ਨਹੀਂ ਲੱਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਦੇ ਨਾਮ ਦਾ ਕੀ ਸਵਾਦ ਹੈ, ਬੰਦਗੀ ਦਾ ਕੀ ਸਵਾਦ ਹੈ? ਜਿਹੜਾ ਆਪਣੇ ਮੂੰਹੋਂ ਬੋਲ ਕੇ ਦੱਸਦਾ ਫਿਰਦਾ, ਸਮਝ ਲਓ ਇਹਨੂੰ ਸਵਾਦ ਨਹੀਂ ਆਇਆ, ਕਿਉਂਕਿ ਰੱਬ ਦੇ ਨਾਮ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ। ਪਰ ਉਹ ਨਾਮ ਜਪਣ ਵਾਲੇ ਦੇ ਚਿਹਰੇ ਤੋਂ ਪਤਾ ਲੱਗ ਜਾਏਗਾ ਵੀ ਇਹ ਬੰਦਗੀ ਵਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲਓ ਪੜਿਓ ਪਿਆਰ ਨਾਲ ਧਾਰਨਾ। ਬਈ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਉਹਦਾ ਤੇਜ ਚੱਲਿਆ ਨਾ ਜਾਵੇ,
ਪਰ ਜੇ ਆਪਣੇ ਮੂੰਹੋਂ ਦੱਸਦਾ ਫਿਰਦਾ ਫੇਰ ਸਮਝ ਲਓ ਖਾਲੀ ਹੈ। ਕਹਿਣ ਲੱਗੇ ਦੱਸ ਕਿਹੋ ਜਿਹਾ ਸਵਾਦ ਆਇਆ ਚਰਖੜੀ ਤੇ ਚੜ ਕੇ। ਕਹਿੰਦਾ ਭਾਈ ਤਾਰੂ ਸਿੰਘ ਕਹਿਣ ਲੱਗੇ ਸ਼ਮਾ ਤੇ ਸੜਨ ਦਾ ਸਵਾਦ ਪਤੰਗਾ ਹੀ ਦੱਸ ਸਕਦਾ ਹੈ, ਪਤੰਗਾ ਹੀ ਸਮਝ ਸਕਦਾ ਹੈ। ਇੱਕ ਛੋਟੀ ਜਿਹੀ ਗੱਲ ਯਾਦ ਆਈ। ਕਹਿੰਦੇ ਪਤੰਗਿਆਂ ਦੇ ਵਿੱਚ ਇੱਕ ਮੱਛਰ ਜਲਿਆ ਗਿਆ ਸੀਗਾ, ਥੋੜਾ ਜਿਹਾ ਆਕਾਰ ਦਾ ਵੱਡਾ। ਉਹਨੂੰ ਭੁਲੇਖਾ ਲੱਗ ਗਿਆ ਵੀ ਮੈਂ ਵੀ ਪਤੰਗਾ ਹੀ ਐ। ਕਈਆਂ ਨੂੰ ਆਪਣੇ ਆਪ ਦਾ ਭੁਲੇਖਾ ਲੱਗ ਜਾਂਦਾ ਨਾ ਵੀ ਸ਼ਾਇਦ ਮੈਂ ਵੀ ਸੰਤੀ ਆ, ਬੜਾ ਨਾਮ ਜਪਦਾ। ਮੈਨੂੰ ਚਾਪ ਅਗਲੇ ਨੂੰ ਆਇਆ ਹੰਸਾਂ ਵਾਲੀ ਤੋਰ ਦੇਖ ਕੇ। ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿੜਵੜੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਗੱਲਾਂ ਨਾਲ ਚੰਗੇ ਨੇ ਅੰਦਰੋਂ ਕਾਲੇ ਆ, ਬਿਲਕੁਲ ਭਰੇ ਹੋਏ ਆ ਮੈਲ ਦੇ ਨਾਲ। ਤੇ ਰੀਸਾਂ ਉਹਨਾਂ ਦੀਆਂ ਕਰਦੇ ਆ ਜਿਹੜੇ ਅੱਠੇ ਪੈਰ ਰੱਬ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖੜੇ ਰਹਿੰਦੇ ਨੇ, ਬੰਦਗੀ ਵਿੱਚ ਰਹਿੰਦੇ ਹਨ। ਰੀਸ ਉਹਨਾਂ ਦੀ ਕਰਦੇ ਆ। ਉਹ ਕਹਿਣ ਲੱਗਾ ਜੀ ਮੈਂ ਵੀ ਪਤੰਗਾ ਹੀ ਐ। ਪਤੰਗੇ ਕਹਿਣ ਲੱਗੇ ਵੀ ਇਦਾਂ ਨਹੀਂ ਮੰਨਦੇ, ਤੈਨੂੰ ਇੱਕ ਸ਼ਰਤ ਪਕਾਉਣੀ ਪਏਗੀ। ਜੇ ਤੂੰ ਪਤੰਗਾ ਦੱਸ ਤੇਰੀ ਪਰਖ ਕਰਾਂਗੇ। ਕਹਿੰਦੇ ਕਰੋ, ਕੀ ਪਰਖ ਕਰਦੇ ਹੋ? ਕਹਿੰਦੇ ਤੂੰ ਆਪਣੇ ਆਪ ਨੂੰ ਪਤੰਗਾ ਕਿਵੇਂ ਕਹਿਣਾ? ਕਹਿੰਦਾ ਤੁਸੀਂ ਵੀ ਉੱਡਦੇ ਫਿਰਦੇ, ਮੈਂ ਵੀ ਉੱਡਦਾ ਫਿਰਦਾ। ਅਸੀਂ ਵੀ ਇਹ ਗੱਲ ਕਹਿੰਦੇ ਨਾ, ਸੰਤਾਂ ਤੇ ਸਾਡੇ 'ਚ ਫਰਕ ਕੀ ਹੈ ਵੀ ਇਹੋ ਜਿਹਾ ਸਰੀਰ ਸੰਤਾਂ ਦਾ ਤੇ ਇਹੋ ਜਿਹਾ ਸਰੀਰ ਮੇਰਾ। ਦੋ ਅੱਖਾਂ ਨਾਲ ਉਹ ਦੇਖਦੇ, ਦੋ ਨਾਲ ਮੈਂ ਦੇਖਦਾ। ਪ੍ਰਸ਼ਾਦਾ ਪਾਣੀ ਉਹ ਛਕਦੇ, ਪ੍ਰਸ਼ਾਦਾ ਪਾਣੀ। ਫਰਕ ਕੀ ਹੈ? ਯਾਦ ਰੱਖਿਓ, ਸਰੀਰ ਸੰਤ ਦਾ ਵੀ ਉਸੇ ਪੰਜਾਂ ਤੱਤਾਂ ਦਾ ਬਣਿਆ ਤੇ ਸਰੀਰ ਇੱਕ ਪਾਪੀ ਦਾ ਵੀ ਉਸੇ ਪੰਜਾਂ ਤੱਤਾਂ ਦਾ ਬਣਿਆ। ਫਰਕ ਦੋਵਾਂ ਦੇ ਕਰਮਾਂ ਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਕੌਣ ਹੈ ਜਿਹਦੇ ਕਰਮ ਨਿਰਮਲ ਹਨ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹੋ ਜਿਹਾ ਕੰਮ ਨਾ ਕਰੀ, ਇਹੋ ਜਿਹਾ ਕਰਮ ਨਾ ਕਰੀ ਤੈਨੂੰ ਅੰਤ ਨੂੰ ਪਛਤਾਉਣਾ ਪੈ ਜਾਵੇ। ਕਹਿਣ ਲੱਗੇ, ਉਹ ਕਹਿੰਦਾ ਮੈਂ ਵੀ ਉੱਡਦਾ, ਤੁਸੀਂ ਵੀ ਉੱਡਦੇ ਫਿਰਦੇ। ਕਹਿੰਦੇ ਚੰਗਾ ਫਿਰ ਇੱਕ ਕੰਮ ਕਰ, ਤਾਂ ਮੰਨਾਂਗੇ ਤੂੰ ਪਤੰਗਾ ਹੈ। ਜਾਂ ਪਿੰਡ ਵਿੱਚ ਗੇੜਾ ਕੱਢ ਕੇ ਆ। ਕਹਿੰਦੇ ਅੱਛਾ ਫਿਰ? ਕਹਿੰਦੇ ਪਿੰਡ ਵਿੱਚ ਗੇੜਾ ਕੱਢ ਕੇ ਆ ਤੇ ਇਹ ਦੇਖ ਕੇ ਆ ਵੀ ਕਿਹਦੇ ਘਰ ਦਾ ਦੀਵਾ ਜਗਦਾ ਤੇ ਕਿਹਦੇ ਘਰ ਦਾ ਦੀਵਾ ਬੁਝਿਆ ਹੋਇਆ। ਮੱਛਰ ਤੁਰ ਪਿਆ, ਪਤੰਗੇ ਬੈਠੇ ਨੇ ਇੱਕ ਥਾਂ ਤੇ। ਉਹ ਗੇੜਾ ਕੱਢ ਕੇ ਆ ਗਿਆ ਸਾਰੇ ਤੇ ਆ ਕੇ ਕਹਿੰਦਾ ਵੀ ਫਲਾਣੇ ਦੇ ਘਰ ਦਾ ਦੀਵਾ ਜਗਦਾ ਤੇ ਫਲਾਣੇ ਦੇ ਘਰ ਦਾ ਦੀਵਾ ਬੁਝਿਆ ਹੋਇਆ। ਕਹਿੰਦੇ ਜਾ ਓਏ ਅਸਲੀ ਨਹੀਂ ਹੈ, ਜੇ ਅਸਲੀ ਪਤੰਗਾ ਹੁੰਦਾ ਤੇ ਮੁੜ ਕੇ ਨਾ ਆਉਂਦਾ, ਉੱਥੇ ਸੜ ਕੇ ਮਰ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਤੰਗਾ ਹੈ ਹੀ ਉਹ ਆ ਜਿਹੜਾ ਸ਼ਮਾ ਜਗਦੀ ਹੋਵੇ ਤੇ ਵਾਪਸ ਨਾ ਮੁੜੇ, ਸ਼ਮਾ ਤੇ ਆਪਣਾ ਆਪ ਸਾੜ ਦੇਵੇ। ਬਿਨ ਜਲ ਪ੍ਰਾਣ ਤਜੇ ਹੈ ਮੀਨਾ। ਮੱਛੀ ਕਿਹਨੂੰ ਕਹਿੰਦੇ ਹੋ ਬਈ? ਮਾਰੇ ਕਹਿੰਦੇ ਮੱਛੀ ਉਹ ਨਹੀਂ ਹੁੰਦੀ ਜਿਹੜੀ ਪਾਣੀ ਵਿੱਚ ਰਹਿੰਦੀ ਹੈ, ਉਹ ਮੱਛੀ ਨਹੀਂ ਹੈ। ਮੱਛੀ ਉਹ ਹੈ ਜਿਹੜੀ ਪਾਣੀ ਤੋਂ ਬਾਹਰ ਕੱਢੀ ਹੋਈ, ਜੇ ਬਚ ਜਾਵੇ ਤਾਂ ਮੱਛੀ ਨਹੀਂ, ਜੇ ਨਹੀਂ ਬਚਦੀ ਤੇ ਤਾਂ ਮੱਛੀ ਹੈ। ਬਿਨ ਜਲ ਪ੍ਰਾਣ ਤਜੇ ਹੈ ਮੀਨਾ। ਜਿਨ ਜਲ ਸਿਉ ਹੇਤ ਵਢਾਇਓ। ਪਾਣੀ ਤੋਂ ਹੋਵੇ ਬਾਹਰ ਤੇ ਮੱਛੀ ਜਿਉਂਦੀ ਰਹਿ ਜਾਵੇ, ਕਦੇ ਵੀ ਨਹੀਂ ਹੋ ਸਕਦਾ। ਛਮਾ ਮੱਚਦੀ ਹੋਵੇ, ਪਤੰਗਾ ਜਿਉਂਦਾ ਮੁੜ ਆਵੇ, ਕਦੇ ਵੀ ਨਹੀਂ ਹੋ ਸਕਦਾ ਹੈ। ਕਹਿਣ ਲੱਗੇ ਅਸਲੀ ਨਹੀਂ ਹੈ ਤੂੰ। ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ ਚੰਗਾ ਫਿਰ ਹੁਣ ਆਪਣੇ ਕੇਸ ਕਤਲ ਕਰਾ ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਭਾਈ ਤਾਰੂ ਸਿੰਘ ਕਹਿਣ ਲੱਗੇ ਮੇਰੀ ਮਾਂ ਦੀ ਅਸੀਸ ਹੈ। ਕੀ ਅਸੀਸ ਹੈ ਪੂਤਾ? ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮੇਰੀ ਮਾਂ ਦੀ ਮੈਨੂੰ ਅਸੀਸ ਹੈ ਵੀ ਤੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ ਤੇ ਮੈਂ ਆਪਣੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ। ਲੋ ਸੁਣਿਓ, ਜ਼ਕਰੀਆ ਖਾਨ ਕਹਿਣ ਲੱਗਾ ਜਿਹੜੇ ਕੇਸਾਂ ਦਾ ਮਾਣ ਕਰਦਾ ਹੈ, ਕੌੜੇ ਬਚਨ ਨੇ ਮੈਂ ਮਾਫੀ ਮੰਗ ਕੇ ਕਹਿਣਾ ਜੋ ਨੇ ਵਰਤੇ। ਕਹਿਣ ਲੱਗਾ ਜਿਹੜੇ ਕੇਸਾਂ ਦਾ ਮਾਣ ਕਰਦਾ ਸਿੱਖੀ ਨਿਭਾਉਣ ਵਾਸਤੇ, ਤੇਰੇ ਕੇਸ ਇਹ ਮੈਂ ਜੁੱਤੀਆਂ ਮਾਰ ਮਾਰ ਕੇ ਝਾੜ ਦੇਵਾਂਗਾ। ਜਦੋਂ ਭਾਈ ਤਾਰੂ ਸਿੰਘ ਨੇ ਵਚਨ ਸੁਣਿਆ, ਕਹਿਣ ਲੱਗੇ ਇਹ ਕੇਸ ਮੇਰੇ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਸ਼ਾਨੀ ਹੈ। ਸੰਸਾਰ ਤੇ ਜੰਮਿਆ ਨਹੀਂ ਕੋਈ ਜਿਹੜਾ ਇਹਨਾਂ ਨੂੰ ਜੁੱਤੀਆਂ ਮਾਰ ਕੇ ਝਾੜ ਦੇਵੇ। ਉਹ ਗੱਲ ਸੁਣ ਕੇ ਤੇ ਤੈਨੂੰ ਜੁੱਤੀਆਂ ਖਾਂਦਿਆਂ ਨਾ ਸੰਸਾਰ ਤੋਂ ਜਾਣਾ। ਸਹਿਜ ਸੁਭਾਅ ਵਚਨ ਕਰ ਦਿੱਤਾ। ਜਲਾਦ ਸੱਦ ਲਿਆ, ਕਹਿੰਦੇ ਇਹਦੇ ਸਿਰ ਦੇ ਕੇਸ ਕੱਟੋ। ਇਹਨੂੰ ਬੜਾ ਆਪਣੇ ਕੇਸਾਂ ਤੇ ਮਾਣ ਹੈ, ਸਿੱਖੀ ਤੇ ਮਾਣ ਹੈ, ਇਹਦੇ ਸਿਰ ਦੇ ਕੇਸ ਨਹੀਂ ਰਹਿਣ ਦੇਣੇ। ਯਾਦ ਰੱਖਿਓ 4 ਜਲਾਦ ਸੱਦੇ ਸੀ, 4। ਅੱਜ ਸਾਡੇ ਸਿੱਖਾਂ ਵਿੱਚ ਨਾ ਸਿਆਣੇ ਅਸੀਂ ਜ਼ਿਆਦੇ ਹੋ ਗਏ, ਅਸੀਂ ਕਹਿੰਦੇ ਇਦਾਂ ਨਹੀਂ ਹੋ ਸਕਦੀ। ਨਾ ਨਾ ਜੀ, ਝੂਠ ਹੈ। ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਆ ਕੇ ਕੈਂਚੀ ਪਾਈ ਜਲਾਦ ਨੇ। ਉਹਦਾ ਹੌਸਲਾ ਨਹੀਂ ਪਿਆ ਕੱਟਣ ਦਾ, ਪਿੱਛੇ ਹੋ ਗਿਆ। ਦੂਜਾ ਜਲਾਦ ਸੱਦਿਆ, ਉਹ ਆਇਆ, ਜਦੋਂ ਕੈਂਚੀ ਪਾਉਣ ਲੱਗਾ ਪਾ ਲਈ, ਉਹਦੀ ਬਾਂਹ ਝੂਠੀ ਪੈ ਗਈ, ਕੈਂਚੀ ਨੱਪੀ ਨਹੀਂ ਉਹਦੇ ਕੋਲੋਂ ਗਈ।
ਤੀਜਾ ਜਲਾਦ ਸੱਦਿਆ, ਸਿਰ ਨੂੰ ਕੇਸਾਂ ਨੂੰ ਕੈਂਚੀ ਪਾਉਣ ਲੱਗਾ, ਵਗਾ ਕੇ ਕਿਸੇ ਨੇ ਚੁੱਕ ਕੇ ਪਾਸੇ ਮਾਰਿਆ। ਚੌਥਾ ਜਲਾਦ ਸੱਦਿਆ, ਇਤਿਹਾਸ ਦੀ ਗੱਲ ਹੈ, ਯਾਦ ਰੱਖਿਓ 4 ਜਲਾਦ ਆਏ ਸੀ ਕੇਸ ਕੱਟਣ ਵਾਸਤੇ। ਚੌਥਾ ਜਲਾਦ ਆਇਆ, ਸਿਰ ਨੂੰ ਕੇਸਾਂ ਨੂੰ ਕੈਂਚੀ ਪਾ ਲਈ। ਇਤਿਹਾਸ ਕਹਿੰਦਾ ਹੈ ਜਦੋਂ ਕੈਂਚੀ ਜ਼ੋਰ ਨਾਲ ਘੁੱਟੀ, ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਸਿੱਖ ਦੀ ਇੱਜ਼ਤ ਰੱਖ ਲਿਓ, ਅੱਜ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਆਪਣਿਆਂ ਭਗਤਾਂ ਦੀ ਬੜੀ ਤੂੰ ਪੈਜ ਰੱਖਦਾ ਆਇਆ, ਸੱਚੇ ਪਾਤਸ਼ਾਹ ਮੇਰੀ ਪੈਜ ਰੱਖ ਲਈ, ਜੇ ਮੇਰੇ ਕੇਸ ਕੱਟੇ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਸੰਸਾਰ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ, ਮੇਰੇ ਵੱਸੋਂ ਬਾਹਰ ਹੋ ਗਿਆ ਕੰਮ। ਤੇ ਇਤਿਹਾਸ ਗਵਾਹ ਹੈ, ਜੱਗ ਨਾਲੋਂ ਵੱਖਰੀ ਗੱਲ ਹੋਈ। ਕਹਿੰਦੇ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕੈਂਚੀ ਪਾਈ, ਕੇਸ ਇੰਨੇ ਸਖਤ ਹੋ ਗਏ, ਕੈਂਚੀ ਦਾ ਮੂੰਹ ਮੁੜ ਗਿਆ ਪਰ ਕੇਸ ਨਹੀਂ ਕੱਟੇ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੜਿਓ ਪਿਆਰ ਨਾਲ ਧਾਰਨਾ। ਬਈ ਕੇਸ ਬਣ ਗਏ ਲੋਹੇ ਦੀਆਂ ਤਾਰਾਂ, ਧੰਨ ਭਾਈ ਤਾਰੂ ਸਿੰਘ ਦੇ ਕੇਸ ਬਣ ਗਏ ਲੋਹੇ ਦੀਆਂ ਤਾਰਾਂ, ਧੰਨ ਭਾਈ ਤਾਰੂ ਸਿੰਘ ਦੇ ਸਖਤ ਹੋ ਗਏ। ਅੱਛਾ ਅਸੀਂ ਅੱਜ ਕਹਿੰਦੇ ਆ ਵੀ ਇਦਾਂ ਨਹੀਂ ਹੋ ਸਕਦਾ, ਕੇਸ ਲੋਹੇ ਦੇ ਨਹੀਂ ਹੋ ਸਕਦੇ। ਯਾਦ ਰੱਖਿਓ ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰੋ, ਉਹਦੀ ਤਕਦੀਰ ਦੇ ਕਿਆ ਕਹਿਣੇ। ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੰਮ ਕਰਦੀ ਹੋਏਗੀ, ਅੱਜ ਉਹ ਜਲਾਦ ਜ਼ੋਰ ਦੇ ਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੀ ਅਰਦਾਸ ਅੱਜ ਪੂਰੀ ਹੋਣ ਲੱਗੀ ਹੈ। ਜਲਾਦ ਆ ਗਿਆ ਰੰਬੀ ਲੈ ਕੇ, ਰੰਬੀ ਥੋੜਾ ਲੈ ਕੇ, ਇੱਧਰ ਧਿਆਨ ਰੱਖਿਓ ਜੀ। ਜਲਾਦ ਨੇ ਇੱਥੇ ਮੱਥੇ ਤੇ ਰੰਬੀ ਰੱਖ ਕੇ ਵਾਰ ਕੀਤਾ ਥੋੜੇ ਨਾਲ, ਤੇ ਇਤਿਹਾਸ ਕਹਿੰਦਾ ਵੀ 4-4 ਉਂਗਲਾਂ ਰੰਬੀ ਮੱਥੇ ਵਿੱਚ ਧਸ ਗਈ। ਰੱਸੇ ਲੈ ਕੇ ਆਏ, ਫੜ ਕੇ ਬਿਠਾਉਣ ਵਾਸਤੇ, ਬੰਨਣ ਵਾਸਤੇ। ਕਹਿੰਦੇ ਇਹ ਕਾਹਤੋਂ ਲੈ ਆਏ? ਕਹਿੰਦੇ ਤੁਹਾਡਾ ਖੋਪੜ ਲਏਗਾ, ਤੁਹਾਨੂੰ ਦੁੱਖ ਹੋਏਗਾ, ਤੁਸੀਂ ਹਿਲਜੁਲ ਕਰੋਗੇ ਤਾਂ ਲੈ ਕੇ ਆਏ ਆ। ਉਹ ਕਹਿੰਦੇ ਜਾਓ ਭਲਿਓ ਮਾਨਸੋ, ਰੱਸਿਆਂ ਰੁੱਸਿਆਂ ਦੀ ਲੋੜ ਨਹੀਂ, ਜਿੱਥੇ ਬਿਠਾ ਦੋਗੇ ਉੱਥੇ ਬਹਿ ਜਾਗਾ। ਖੋਪੜੀ ਛੱਡ ਕੇ ਚਾਹੇ ਟੁਕੜਾ ਟੁਕੜਾ ਕਰ ਦਿਓ, ਜੇ ਮੂੰਹੋਂ ਸੀ ਵੀ ਕਹਿ ਗਿਆ ਤਾਂ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਾ ਆਖਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਖ ਨਾ ਆਖਿਓ ਮੈਨੂੰ। ਕਹਿੰਦੇ ਨੇ ਭਾਈ ਤਾਰੂ ਸਿੰਘ ਦੇ ਮੱਥੇ ਤੇ ਵਾਰ ਕੀਤਾ, ਖੋਪੜੀ ਧਸ ਗਈ, ਰੰਬੀ ਧਸ ਗਈ ਖੋਪੜੀ ਦੇ ਵਿੱਚ, ਬਾਹਰ ਕੱਢੀ, ਖੂਨ ਦੀਆਂ ਤਤੀਰੀਆਂ ਵਗ ਤੁਰੀਆਂ। ਏਦਾਂ ਇੱਕ ਲੱਤ ਗਾਂ ਨੂੰ ਕੱਢੀ, ਇੱਕ ਲੱਤ ਦਾ ਚੌਕੜਾ ਮਾਰਿਆ ਤੇ ਏਦਾਂ ਪਿੱਛੇ ਹੱਥ ਰੱਖ ਕੇ ਐ ਬੈਠੇ। ਕਦੇ ਵੇਖਿਆ ਇਤਿਹਾਸ? ਆਪ ਚਿੱਤਰ ਭਾਈ ਤਾਰੂ ਸਿੰਘ ਦਾ ਫੋਟੋ ਵੇਖੀ ਨਾ ਆਪਾਂ? ਏਦਾਂ ਪਿੱਛੇ ਹੱਥ ਰੱਖੀ ਬੈਠੇ। ਜਲਾਦ ਨੇ ਰੰਬੀ ਕੱਢੀ ਤੇ ਕੱਢ ਕੇ ਇਤਿਹਾਸਕਾਰ ਕਹਿੰਦੇ ਨੇ ਵੀ ਮੱਥੇ ਤੇ ਇਸ ਪਾਸੇ ਖੱਬੇ ਪਾਸੇ ਰੰਬੀ ਰੱਖੀ, ਸੱਟ ਮਾਰੀ, ਰੰਬੀ ਫੇਰ ਧਸ ਗਈ ਵਿੱਚ। ਹੌਲੀ ਹੌਲੀ ਰੰਬੀ ਕੱਢਦਾ ਗਿਆ, ਮਾਰਦਾ ਮਾਰਦਾ ਇਸ ਪਾਸਿਓਂ ਹੋ ਕੇ ਜਦੋਂ ਗਿੱਚੀ ਕੋਲ ਆਇਆ ਨਾ ਜੀ, ਮੋਹਰਿਓਂ ਸਾਰਾ ਖੋਪੜ ਪੱਟਿਆ ਗਿਆ। ਜਦੋਂ ਗਿੱਚੀ ਕੋਲ ਆ ਕੇ ਜ਼ੋਰ ਨਾਲ ਸੱਟ ਮਾਰੀ ਤੇ ਭਾਈ ਤਾਰੂ ਸਿੰਘ ਦਾ ਖੋਪੜ ਸਮੇਤ ਕੇਸਾਂ ਦੇ ਲੈ ਗਿਆ ਤੇ ਲਾ ਕੇ ਮੋਹਰੇ ਕਰ ਦਿੱਤਾ। ਕਹਿੰਦੇ ਲੈ ਸਾਂਭ ਲਾ ਆਪਣੀ ਸਿੱਖੀ।
ਸਿੱਖੀ ਦੀ ਗੱਲ ਕਰਦਾ ਸੀ ਨਾ, ਤੂੰ ਸਿੱਖੀ ਸਾਂਭ ਲਾ। ਤੇ ਭਾਈ ਤਾਰੂ ਸਿੰਘ ਨੇ ਕਹਿੰਦੇ ਝੋਲੀ ਕਰਕੇ ਆਪਣੇ ਕੇਸ ਖੋਪੜੀ ਸਮੇਤ ਆਪਣੀ ਝੋਲੀ ਚ ਪਵਾ ਲਏ। ਕਿੰਨਾ ਕਿੰਨਾ ਸਤਿਕਾਰ ਹੋਏਗਾ ਸਿੱਖਾਂ ਦੇ ਮਨ ਵਿੱਚ ਕੇਸਾਂ ਦਾ। ਬਾਬਾ ਜੀ ਮੈਂ ਮਾਫੀ ਮੰਗਦਾ, 10-15 ਮਿੰਟ ਥੋੜੇ ਜਿਹਾ ਹੋਰ ਦੇ ਦਿਓ। ਛੋਟੀ ਜੀ ਗੱਲ ਇੱਕ ਕਹਿਣ ਲੱਗਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਨਾ ਜੀ, ਸਰਸਾ ਤੇ ਪਰਿਵਾਰ ਵਿਛੋੜੇ ਤੋਂ ਪਹਿਲਾਂ, ਜਦੋਂ ਤੁਸੀਂ ਮਾੜਾ ਜਿਹਾ ਸਿਰ ਹਿਲਾਉਂਦੇ ਹੋ ਤਾਂ ਮੈਨੂੰ ਲੱਗਦਾ ਵੀ ਸੁਣਦੇ ਐ, ਥੋੜਾ ਜਿਹਾ ਨਾਲੇ ਲੱਗਦਾ ਵੀ ਸਾਵਧਾਨ ਬੈਠੇ ਨੇ। ਜਦੋਂ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸਰਸਾ ਤੋਂ ਪਰਿਵਾਰ ਵਿਛੋੜੇ ਤੋਂ ਪਹਿਲਾਂ, ਤੇ ਤੁਰਨ ਲੱਗਿਆਂ ਨੇ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਸਾਡੇ ਪਿਤਾ ਦੀ ਸਮਾਧ ਤੇ ਧੂਫ ਬੱਤੀ ਕੌਣ ਕਰਿਆ ਕਰੇਗਾ। ਆਨੰਦਪੁਰ ਸਾਹਿਬ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਹੋਇਆ ਸੀ ਸੀਸ ਦਾ। ਬਾਬਾ ਗੁਰਬਖਸ਼ ਦਾਸ ਉਦਾਸੀ ਸਾਹਮਣੇ ਆਇਆ, ਸੱਚੇ ਪਾਤਸ਼ਾਹ ਮੈਂ ਕਰੂੰਗਾ, ਪਰ ਮੇਰੀ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਹੋ। ਗੁਰੂ ਸਾਹਿਬ ਨੂੰ ਕੇਸ ਕਿੰਨੇ ਪਿਆਰੇ ਨੇ। ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਹੋ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਿਯਮ ਹੈ, ਮੈਂ ਤੁਹਾਡੇ ਦਰਸ਼ਨ ਕੀਤੇ ਬਿਨਾ ਸਵੇਰੇ ਜਲ ਪਾਣੀ ਨਹੀਂ ਛਕਦਾ। ਤੁਸੀਂ ਚੱਲੇ ਹੋ ਆਪਣਾ ਪਰਿਵਾਰ ਲੈ ਕੇ, ਮੈਂ ਇੱਥੇ ਰਹਿਣ ਨੂੰ ਤਿਆਰ ਹਾਂ। ਮਹਾਰਾਜ ਮੈਨੂੰ ਦਰਸ਼ਨ ਕਿੱਦਾਂ ਹੋਇਆ ਕਰਨਗੇ ਤੁਹਾਡੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਵਚਨ ਕੀਤਾ ਸੀ ਉੱਥੇ ਜੀ, ਜਿਹੜੇ ਅੱਜ ਕਹਿੰਦੇ ਆ ਕੇਸਾਂ ਦੀ ਕੀ ਲੋੜ ਹੈ, ਸਿੱਖੀ ਅੰਦਰ ਹੋਣੀ ਚਾਹੀਦੀ ਹੈ, ਦਾੜੀ ਕੇਸ ਰੱਖਣ ਨਾਲ ਕੋਈ ਬਹੁਤੀ ਸਿੱਖੀ ਨਹੀਂ ਆ ਜਾਂਦੀ। ਉਹ ਨਹੀਂ ਭਲਿਓ ਮਾਨਸੋ, ਜੇ ਕੇਸਾਂ ਦੀ ਲੋੜ ਨਾ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਕਕਾਰਾਂ ਚੋਂ ਇੱਕ ਕਕਾਰ ਕੇਸ ਨਹੀਂ ਸੀ ਰੱਖਣੇ। ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਲੈ ਕੇ ਤੁਰੇ ਨੇ ਤੇ ਮਹਾਰਾਜ ਨੇ 3 ਵਚਨ ਕਹੇ ਸੀ, ਮਰਦਾਨਿਆ ਅੰਮ੍ਰਿਤ ਵੇਲੇ ਉੱਠਣਾ ਪਵੇਗਾ, ਮਰਦਾਨਿਆ ਕੇਸ ਨਹੀਂ ਕਟਾਉਣੇ, ਮਰਦਾਨਿਆ ਸਦਾ ਭਾਣੇ 'ਚ ਰਹਿਣਾ। ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਕਿੱਦਾਂ ਹੋਣਗੇ ਤੁਹਾਡੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਬਾਬਾ ਜੀ ਗੁਰਬਖਸ਼ ਦਾਸ ਜੀ, ਜਦੋਂ ਸਵੇਰੇ ਉੱਠ ਕੇ ਸਾਡੀ ਪਿਤਾ ਦੀ ਸਮਾਧ ਤੇ ਸੇਵਾ ਕਰ ਲਿਆ ਕਰੋਗੇ, ਧੂਫ ਬੱਤੀ ਕਰ ਲਿਆ ਕਰੋਗੇ, ਬਾਣੀ ਪੜ੍ਹ ਲਿਆ ਕਰੋਗੇ, ਸਾਰੀ ਸੇਵਾ ਕਰਨ ਤੋਂ ਬਾਅਦ ਵਿੱਚ ਗੁਰਬਖਸ਼ ਦਾਸ ਸਾਰੀ ਸੇਵਾ ਤੋਂ ਬਾਅਦ ਆਪਣਾ ਦਾੜਾ ਫੜ ਕੇ ਵੇਖਿਆ ਕਰੀ, ਤੇਰੇ ਦਾੜੇ ਵਿੱਚੋਂ ਮੈਂ ਦਿਸਿਆ ਕਰਾਂਗਾ। ਸਤਿ ਸ੍ਰੀ ਅਕਾਲ। ਤੇਰੇ ਦਾੜੇ ਵਿੱਚੋਂ ਮੈਂ ਦਿਸਿਆ ਕਰਾਂਗਾ। ਇੰਨੇ ਪਿਆਰੇ ਨੇ ਗੁਰੂ ਸਾਹਿਬ ਜੀ ਨੂੰ ਕੇਸ। ਟਕੇ ਦਾ ਪ੍ਰਚਾਰਕ ਨਹੀਂ ਜਿਹੜਾ ਅੱਜ ਕਹਿੰਦਾ ਸਿੱਖਾਂ ਕੇਸਾਂ ਦੀ ਕੀ ਲੋੜ ਹੈ, ਸਿੱਖੀ ਅੰਦਰ ਹੋਣੀ ਚਾਹੀਦੀ ਹੈ। ਮੈਂ ਉਸ ਪਾਸੇ ਨਾ ਜਾਵਾਂ, ਹੁਣ ਸਮਾਂ ਥੋੜਾ ਆਪਣੇ ਪਾਸ। ਝੋਲੀ ਕਰਕੇ ਭਾਈ ਤਾਰੂ ਸਿੰਘ ਨੇ ਕੇਸ ਆਪਣੇ ਖੋਪੜੀ ਸਮੇਤ ਝੋਲੀ ਚ ਪਵਾ ਲਏ ਤੇ ਫੜ ਕੇ ਭਾਈ ਤਾਰੂ ਸਿੰਘ ਨੂੰ ਖੱਡ ਵਿੱਚ ਸੁੱਟ ਦਿੱਤਾ। ਬੇਹੋਸ਼ ਹੋ ਗਏ। ਲਾ ਕੇ ਸਿੱਖਾਂ ਨੂੰ ਲੱਗਾ ਪਤਾ, ਕੱਢ ਕੇ ਭਾਈ ਤਾਰੂ ਸਿੰਘ ਨੂੰ ਲੈ ਕੇ ਜਾ ਕੇ ਇਸ਼ਨਾਨ ਪਾਣੀ ਕਰਾਇਆ, ਤਲੀਆਂ ਝੱਸੀਆਂ, ਹੋਸ਼ ਆ ਗਈ। ਤੇ ਜਿਹੜਾ ਜ਼ਕਰੀਆ ਖਾਨ ਕਹਿੰਦਾ ਸੀ ਨਾ ਤੇਰੇ ਸਿਰ ਦੇ ਕੇਸ ਜੁੱਤੀਆਂ ਮਾਰ ਮਾਰ ਕੇ ਝਾੜ ਦੇਵਾਂਗਾ, ਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਕਿ ਤੈਨੂੰ ਜੁੱਤੀਆਂ ਖਾਂਦੇ ਨੂੰ ਨਾ ਜਾਣਾ ਪੈ ਜਾਵੇ, ਉਹ ਬਚਨ ਸੱਚਾ ਹੋ ਗਿਆ। ਜਿਸ ਦਿਨ ਭਾਈ ਤਾਰੂ ਸਿੰਘ ਦਾ ਖੋਪੜ ਲੱਥਾ, ਉਸੇ ਰਾਤ ਨੂੰ ਜ਼ਕਰੀਆ ਖਾਨ ਨੂੰ ਇਤਿਹਾਸਕਾਰ ਕਹਿੰਦੇ ਨੇ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਇਲਾਜ ਕਰਾਏ, ਬੜੇ ਹਕੀਮ ਸੱਦੇ, ਆਰਾਮ ਨਹੀਂ ਆਇਆ। ਕਿਸੇ ਨੇ ਆਖਿਆ ਓਏ ਰੱਬ ਦੇ ਸਿੱਖ ਗੁਰੂ ਦੇ ਸਿੱਖ ਨਾਲ ਧੱਕਾ ਕੀਤਾ, ਉਹਦਾ ਬਚਨ ਹੈ ਤੇਰੇ ਸਿਰ ਵਿੱਚ ਜੁੱਤੀਆਂ ਪੈਣਗੀਆਂ। ਜਾਓ ਹੁਣ ਉਹਦੇ ਕੋਲ ਭੁੱਲ ਮੰਗੋ, ਉਹਦੇ ਕੋਲ ਆਪਣੀ ਅਰਦਾਸ ਕਰੋ, ਸੁੱਖ ਮੰਗੋ। ਜਿਹੜਾ ਤੈਨੂੰ ਰੋਗ ਹੋਇਆ ਉਹਦੀ ਅਰਦਾਸ ਤੋਂ ਬਿਨਾਂ ਟਲੇਗਾ ਨਹੀਂ। ਸਿੱਖ ਭੇਜਿਆ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਦੇ ਕੋਲ। ਕਹਿਣ ਲੱਗੇ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਕੋਈ ਇਲਾਜ ਦੱਸੋ। ਤੇ ਭਾਈ ਤਾਰੂ ਸਿੰਘ ਕਹਿਣ ਲੱਗੇ ਜਿਹੜੀਆਂ ਜੁੱਤੀਆਂ ਸਾਡੇ ਕੇਸਾਂ 'ਚ ਮਾਰਨ ਨੂੰ ਫਿਰਦਾ ਸੀ ਨਾ, ਜਾਓ ਉਹੀ ਜੁੱਤੀ ਉਹਦੇ ਸਿਰ ਵਿੱਚ ਮਾਰੋ ਤੇ ਫੇਰ ਬੰਨ ਟੁੱਟੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੋੜਾ, ਜਿਹਨੇ ਸਿਰ ਜੁੱਤੀਆਂ ਮਾਰਨ ਦੀ ਗੱਲ ਕੀਤੀ ਸੀ, ਹੁਣ ਮਖਮਲੀ ਕੱਪੜੇ 'ਚ ਲਪੇਟ ਕੇ ਮੰਗਵਾਇਆ, ਲਿਆਂਦਾ ਤੇ ਦੂਰੋਂ ਆਵਾਜ਼ਾਂ ਮਾਰਦਾ ਕਹਿੰਦਾ ਲੈ ਆਓ ਛੇਤੀ ਛੇਤੀ, ਜਾਓ ਮਾਰੋ ਮੇਰੇ ਸਿਰ ਦੇ ਵਿੱਚ ਇਹ ਜੁੱਤਾ ਭਾਈ ਤਾਰੂ ਸਿੰਘ ਦਾ। ਵੱਟ ਕੇ ਲਿਆ ਕੇ ਜੁੱਤੀ ਸਿਰ ਵਿੱਚ ਜ਼ਕਰੀਆ ਖਾਨ ਦੇ ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਮਾਰਦੇ ਨੇ। ਜਿੱਦਾਂ ਜਿੱਦਾਂ ਸਿਰ ਵਿੱਚ ਜੋੜਾ ਵੱਜਦਾ, ਜੁੱਤਾ ਵੱਜਦਾ, ਉਦਾਂ ਉਦਾਂ ਜ਼ਕਰੀਆ ਖਾਨ ਦਾ ਬੰਨ ਟੁੱਟਦਾ ਤੇ ਕਹਿੰਦਾ ਹੋਰ ਮਾਰੋ, ਖਿੱਚ ਕੇ ਮਾਰੋ, ਜ਼ੋਰ ਨਾਲ ਮਾਰੋ, ਮੈਨੂੰ ਆਰਾਮ ਆਉਂਦਾ ਹੈ। ਹੁਣ ਤੁਸੀਂ ਸਿਆਣੇ ਹੋ, ਜਦੋਂ ਸਿਰ ਵਿੱਚ ਜੁੱਤੀ ਵੱਜੇਗੀ ਨਾ ਕਿਸੇ ਦੇ, ਸਿਰ ਹੈ ਅਕਸਰ ਕਿੰਨਾ ਕੁ ਚਿਰ ਝੱਲੇਗਾ। ਕਹਿੰਦੇ ਨੇ 22 ਦਿਨ ਜੁੱਤੀਆਂ ਖਾਂਦਾ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੇ ਜੁੱਤੀ ਦੇ ਸਿਰ ਵਿੱਚ ਵੱਜਣ ਕਰਕੇ ਮਰਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਚਨ ਹੈ ਨਾ ਬਾਣੀ ਦਾ, जी पाप महाबली है, पापी के मारने को पाप महाबली है, पापी के मारने को पाप महाबली है, पापी के मारने को
ਬਲੀ ਹੈ। ਜਦੋਂ ਜ਼ਕਰੀਆ ਖਾਨ ਜੁੱਤੀਆਂ ਖਾਂਦਾ ਮਰ ਗਿਆ, ਚੜ੍ਹਾਈ ਕਰ ਗਿਆ, ਸੰਸਾਰ ਤੋਂ ਚਲਿਆ ਗਿਆ, ਤੇ ਯਾਦ ਰੱਖਿਓ ਬਿਨਾਂ ਖੋਪੜੀ ਤੋਂ ਭਾਈ ਤਾਰੂ ਸਿੰਘ 22 ਦਿਨ ਜਿਉਂਦੇ ਰਹੇ ਨੇ। 22 ਦਿਨ। ਤੇ 22ਵੇਂ ਦਿਨ ਜਦੋਂ ਪਤਾ ਲੱਗਾ ਨਾ ਜ਼ਕਰੀਆ ਖਾਨ ਮਰ ਗਿਆ ਜੁੱਤੀਆਂ ਖਾਂਦਾ, ਤੇ ਸਾਰੇ ਸਿੱਖ ਮੂਹਰੇ ਬੈਠੇ, ਹੱਥ ਜੋੜੇ ਤੇ ਜੋੜ ਕੇ ਭਾਈ ਤਾਰੂ ਸਿੰਘ ਕਹਿਣ ਲੱਗੇ, ਚੰਗਾ ਸਿੰਘੋ ਜ਼ਕਰੀਆ ਖਾਨ ਮਰ ਗਿਆ, ਹੁਣ ਸਾਨੂੰ ਵੀ ਛੁੱਟੀਆਂ ਬਖਸ਼ੋ, ਸਾਡੇ ਵੱਲੋਂ ਵੀ ਫਤਿਹ ਹੈ, ਸਾਡੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਤਾਰੂ ਸਿੰਘ ਕਹਿਣ ਲੱਗੇ, ਜ਼ਕਰੀਆ ਖਾਨ ਮਰ ਗਿਆ, ਸਾਡਾ ਬਚਨ ਹੈ ਵੀ ਜੁੱਤੀਆਂ ਮਾਰਦੇ ਅੱਗੇ ਲੈ ਕੇ ਜਾਵਾਂਗੇ, ਅਸੀਂ ਪਿੱਛੇ ਪਿੱਛੇ ਆਵਾਂਗੇ, ਸਾਨੂੰ ਜਾਣ ਦਿਓ। ਜ਼ਕਰੀਆ ਖਾਨ ਜਾਂਦਾ ਮਗਰ ਮਗਰ ਅਸੀਂ ਵੀ ਜਾਈਏ। ਹੁਣ ਭਾਈ ਤਾਰੂ ਸਿੰਘ ਜੀ ਨੇ ਫਿਰ ਆਪਣਾ 22ਵੇਂ ਦਿਨ ਆਪਣਾ ਸਰੀਰ ਛੱਡਿਆ। ਲੱਭ ਕੇ ਦਿਖਾਓ ਇਤਿਹਾਸ ਵਿੱਚੋਂ ਕਿਤੇ ਮਿਸਾਲ, ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ ਕਿ ਕਿਸੇ ਨੇ ਧਰਮ ਵਾਸਤੇ ਕੁਰਬਾਨੀ ਕੀਤੀ ਹੋਵੇ ਤੇ ਬਿਨਾਂ ਖੋਪੜ ਤੋਂ 22 ਦਿਨ ਜਿਉਂਦਾ ਰਿਹਾ ਹੋਵੇ। ਅਰਦਾਸ ਕੀਤੀ ਸੀ ਨਾ ਭਾਈ ਤਾਰੂ ਸਿੰਘ ਨੇ ਵੀ ਮੈਨੂੰ ਇਹੋ ਜਿਹੀ ਸ਼ਹੀਦੀ ਦਿਓ ਜਿਹੜੀ ਅੱਜ ਤੱਕ ਕਿਸੇ ਦੀ ਹੋਈ ਨਾ ਹੋਵੇ। ਲੱਭਦੀ ਕਿਤੋਂ ਮਿਸਾਲ ਜੀ, ਕਿਤੇ ਨਹੀਂ ਮਿਸਾਲ ਲੱਭਦੀ ਹੈ। ਲਓ ਆਖਰੀ ਧਾਰਨਾ ਪੜ੍ਹੀਏ ਫਿਰ ਆਪਾਂ ਸਮਾਪਤੀ ਕਰੀਏ। ਭਾਈ ਤਾਰੂ ਸਿੰਘ ਨੂੰ ਨਾਲੇ ਸਾਰੇ ਜਾਣੇ ਸਜਦਾ ਕਰੋ, ਨਾਲੇ ਆਖਰੀ ਧਾਰਨਾ ਪੜ੍ਹ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲਓ। ਬਈ ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਸੇਧ ਕੋ ਨਾ ਸਿੰਘ ਡੋਲਿਆ, ਲੈ ਗਿਆ ਖੋਪੜ ਤਾਰੂ ਸਿੰਘ ਦਾ। ਸੇਧ ਕੋ ਨਾ ਸਿੰਘ ਡੋਲਿਆ, ਲੈ ਗਿਆ ਖੋਪੜ ਤਾਰੂ ਸਿੰਘ ਦਾ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖਬਰ ਤਾਰੂ ਵਾਹ, ਸਿੰਘ ਵਾਹ, ਵਾਹ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਮੂੰਹੋਂ ਗੁਰੂ ਗੁਰੂ ਬੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਮੂੰਹੋਂ ਗੁਰੂ ਗੁਰੂ ਬੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਲੈ ਗਿਆ ਖੋਪੜ ਤਾਰੂ ਸਿੰਘ ਦਾ। ਗੁਰੂ ਬੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਮੁਖੋਂ ਗੁਰੂ ਗੁਰੂ ਬੋਲਿਆ, ਭਾਵੇਂ ਲੈ ਗਿਆ ਖਬਰ ਤਾਰੂ ਸਿੰਘ ਵਾਹ। ਦਾ। ਬੋਲਿਆ, ਭਾਵੇਂ ਲੈ ਗਿਆ ਖਬਰ ਤਾਰੂ ਸਿੰਘ ਦਾ। ਜੀ ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਸਿਰ ਕੋਲਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖਬਰ ਤਾਰੂ ਸਿੰਘ ਦਾ। ਵਾਹ। ਸੇਧ ਕੋ ਨਾ ਸਿੰਘ ਡੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਮੁਖੋਂ ਗੁਰੂ ਗੁਰੂ ਬੋਲਿਆ, ਭਾਵੇਂ ਲੈ ਗਿਆ ਖੋਪੜ ਤਾਰੂ ਸਿੰਘ ਦਾ। ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਉਹ ਮੌਤ ਗੁਰੂ ਕੇ ਪਿਆਰੇ ਆਪ ਮੂੰਹੋਂ ਐਦਾਂ ਮੰਗਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਓ ਇੰਨੀ ਸੇਵਾ ਕਰਿਓ ਪ੍ਰਮਾਨ।
ਬੋਲਦਿਆਂ ਕੋਲੋਂ ਬਹੁਤ ਬਹੁਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਹਾਂ, ਖਿਮਾ ਕਰ ਦੇਣੀ। ਸਮਾਂ ਉੱਪਰ ਹੋ ਗਿਆ ਇਸ ਗੱਲ ਦੀ, ਮੈਂ ਮਹਾਂਪੁਰਖਾਂ ਦੇ ਕੋਲੋਂ ਸੰਗਤ ਪਾਸੋਂ ਮਾਫੀ ਮੰਗਦਾ। ਜਦੋਂ ਆਨੰਦ ਬਣਿਆ ਹੋਵੇ ਨਾ, ਸੰਗਤ ਸੁਣਨ ਵਾਲੀ ਹੋਵੇ, ਉਹ ਤੇ ਫਿਰ ਗੱਲ ਹੀ ਵੱਖਰੀ ਹੈ। ਤੇ ਇੱਕ ਗੱਲ ਮੈਂ ਬਹੁਤ ਥਾਵਾਂ ਤੇ ਕਹਿਣਾ ਹੁੰਦਾ ਜੀ, ਜਦੋਂ ਸੰਗਤ ਵਿੱਚ ਬਹਿ ਕੇ ਤੁਹਾਨੂੰ ਆਨੰਦ ਆਵੇ ਨਾ, ਕਦੇ ਪੱਲੇ ਬੰਨਿਓ ਗੱਲ। ਕੀਰਤਨ ਕਰਨ ਵਾਲੇ ਨੂੰ ਕਰਨ ਦਾ ਆਨੰਦ ਆਵੇ, ਸੁਣਨ ਵਾਲੇ ਨੂੰ ਸੁਣਨ ਦਾ ਆਨੰਦ ਆਵੇ। ਇਹ ਪਤਾ ਕਦੋਂ ਹੁੰਦਾ ਹੈ ਇਹ ਕੰਮ ਉਦੋਂ ਹੋਏਗਾ ਜਦੋਂ ਤੁਸੀਂ ਜਿਹਦੀ ਯਾਦ ਵਿੱਚ ਜੁੜ ਕੇ ਬੈਠੇ ਹੋ, ਜਦੋਂ ਉਹ ਵਿੱਚ ਆਪ ਆ ਕੇ ਬਹਿ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਹਦੀ ਯਾਦ ਵਿੱਚ ਬੈਠੇ ਹੋ ਜੀ? ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ, ਸੰਤ ਬਾਬਾ। ਜੇ ਉਹਨਾਂ ਦੀ ਯਾਦ ਵਿੱਚ ਬੈਠੇ ਹੋ, ਜੇ ਆਹ ਆਨੰਦ ਬਣਿਆ ਨਾ ਸਾਰਾ ਹੀ, ਤੇ ਇਹ ਮਤ ਸੋਚਿਓ ਕੋ ਢੱਡਿਆਂ ਵਾਲੇ ਦੇ ਪੱਲੇ ਕੁਛ ਹੈ ਨਹੀਂ, ਜ਼ੀਰੋ ਹਾਂ ਮੈਂ। ਇਹ ਆਨੰਦ ਮੈਂ ਨਹੀਂ ਬਣਾ ਸਕਦਾ। ਇਹ ਆਨੰਦ ਤਾਂ ਬਣਿਆ ਕਿਉਂਕਿ ਸੰਤ ਮਹਾਰਾਜ ਮਹਾਂਪੁਰਖ ਵਿੱਚ ਆਪ ਬੈਠੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨੀ ਸੇਵਾ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਆਨੰਦ ਸਾਹਿਬ ਜੀ ਦਾ ਜਾਪ, ਗੁਰ ਸਤੋਤਰ ਦਾ ਜਾਪ। ਰਲ ਮਿਲ ਕੇ ਸਾਰੀ ਸੰਗਤ ਆਓ, ਗੱਜ ਵੱਜ ਕੇ ਬੋਲੋ। ਜਿਹੜੇ ਹੁਣ ਤੱਕ ਨਹੀਂ ਬੋਲੇ, ਸਾਰੀ ਸੰਗਤ ਬੋਲ ਕੇ ਆਪੋ ਆਪਣੀ ਜ਼ੁਬਾਨ ਸਫਰੀ ਕਰੋ। ਸੰਗਤਾਂ ਦਾ ਧੰਨਵਾਦ, ਇੱਥੋਂ ਦੇ ਮੌਜੂਦਾ ਮਹਾਂਪੁਰਖਾਂ ਦਾ ਧੰਨਵਾਦ, ਭਾਈ ਅਮਨਦੀਪ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਦਾਸਾਂ ਦੀ ਡਿਊਟੀ ਲਾਈ। ਤੇ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗੱਜ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਸਾਰੇ ਜੁੜ ਕੇ ਬੈਠੇ, ਉਹਨਾਂ ਦਾ ਧੰਨਵਾਦ। ਆਓ ਗੁਰ ਸਤੋਤਰ ਵਿੱਚ ਬੋਲੋ। ਫਿਰ ਜੋ ਇੱਥੋਂ ਦਾ ਮਰਿਆਦਾ ਹੈ, ਅਰਦਾਸ ਹੁਕਮਨਾਮਾ ਜਪਜੀ ਗੁਰਬਾਣੀ 'ਚ ਹੋਏਗਾ, ਆਪ ਸਾਰਿਆਂ ਨੇ ਸਰਵਣ ਕਰਨਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਿੱਚੋਂ ਕੋਈ ਉੱਠੇ ਨਾ ਭਾਈ। ਵੇਖੋ ਜਿੱਥੇ ਇੰਨਾ ਲੰਮਾ ਸਮਾਂ ਬੈਠੇ ਹੋ, ਥੋੜਾ ਸਮਾਂ ਹੋਰ ਬਹਿ ਲਓ। ਵੇਖੋ ਅਸੀਂ ਤਕਰੀਬਨ ਮੰਨ ਕੇ ਚੱਲੋ ਪੌਣੇ 200 ਕਿਲੋਮੀਟਰ ਤੋਂ ਚੱਲ ਕੇ ਆਏ ਆ। 160-62 ਕਿਲੋਮੀਟਰ ਸਾਨੂੰ ਵਾਟ ਪੈ ਜਾਂਦੀ ਹੈ। 3-3.5 ਘੰਟੇ ਆਉਣ, 3-3.5 ਘੰਟੇ ਜਾਣ ਲੱਗ ਜਾਣੇ। ਜਿੱਥੇ ਇੰਨਾ ਲੰਮਾ ਸਮਾਂ ਬੈਠੇ ਹੋ, ਅਰਦਾਸ ਤੱਕ ਇੱਦਾਂ ਜੁੜ ਕੇ ਬੈਠੇ ਰਹੋ। ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਬੋਲੋ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਅੰਗਦ
ਸਾਧ ਸੰਗਤ ਸਹਿਬ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ 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 ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਜਗਾਈਆਂ ਪੁਰਿਆਈਆਂ ਵਾਜੈ ਧਰਮ ਸੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲਵਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਫਤਿਹ।